ਸਾਲ ਦੇ ਵਿੱਚ ਬਹੁਤ ਸਾਰੇ ਅਨੁਭਵ ਰਹੇ ਹੋਣਗੇ ਤੁਹਾਡੀ ਸਰਕਾਰ ਦੇ ਔਰ ਤੁਸੀਂ ਸਰਕਾਰ ਨੂੰ ਹਮੇਸ਼ਾ ਡਿਫੈਂਡ ਕਰਦੇ ਹੋ। ਸਰਕਾਰ ਨੇ ਕੀ ਕੀਤਾ, ਕੀ ਕਰਨਾ ਹੈ। ਉਹ ਡੈਮੋਕ੍ਰੇਸੀ 'ਚ ਕਹਿੰਦੇ ਵੀ ਜਿੱਡਾ ਆਪੋਜੀਸ਼ਨ ਤੁਹਾਡੀ ਇੱਕ ਕੰਸਟਰਕਟਿਵ ਕ੍ਰਿਟਿਸਿਜ਼ਮ ਕਰੂਗੀ ਓਨੀ ਸਰਕਾਰ ਬਿਹਤਰ ਚੱਲ। ਲੇਕਿਨ ਆਪਾਂ 15-20 ਸਾਲ ਦੀ ਪੂਰੀ ਪੰਜਾਬ ਦੀ ਰਾਜਨੀਤੀ 'ਤੇ ਝਾਤੀ ਮਾਰਦੇ ਹਾਂ ਤੇ ਇੱਕ ਖੌਫ ਲੋਕਾਂ ਸੀ ਪੋਲੀਟੀਕਲ ਕਲਾਸ ਦਾ। ਲੋਕ ਰਾਜਨੀਤੀ 'ਚ ਸੱਤਾ ਤੇ ਵਿੱਚ ਆ ਕੇ ਮਨਮਰਜ਼ੀਆਂ ਦੇ ਆਧਾਰ ਤੇ ਪਲਾਟ ਤੋਂ ਲੈ ਕੇ ਜ਼ਮੀਨਾਂ ਕਬਜ਼ਾਉਣੀਆਂ, ਇੱਕ ਤੇ ਬਹੁਤ ਵੱਡੀ ਪਰਸੈਪਸ਼ਨ ਚੇਂਜ ਕੀਤੀ ਹੈ ਮਾਨ ਸਾਹਿਬ ਦੀ ਸਰਕਾਰ ਨੇ ਵੀ ਅਲਟੀਮੇਟਲੀ ਸਰਕਾਰ ਦਾ ਰੂਪ ਕਿਹੜਾ ਹੋਣਾ ਚਾਹੀਦਾ ਲੋਕਾਂ ਦੇ ਪ੍ਰਤੀ। ਉਹ ਪਿਛਲੀਆਂ ਸਰਕਾਰਾਂ ਨੂੰ ਸਾਡਾ ਬੜਾ ਫਰਕ ਹੈ। ਇਮਾਨਦਾਰੀ ਦੇ ਪ੍ਰਵਿਊ 'ਚ ਪੰਜਾਬ ਦੀ ਚਾਹੇ ਉਹ ਕੈਬਨਿਟ ਹੋਵੇ ਚਾਹੇ ਮਾਨਯੋਗ ਮੁੱਖ ਮੰਤਰੀ ਹੋਵੇ ਕੋਈ ਉਂਗਲੀ ਨਹੀਂ ਚੱਕ ਸਕਦਾ। ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੋਗੇ, ਲੋਕਾਂ ਦੀ ਸਰਕਾਰ ਹੋਵੋਗੇ ਔਰ ਤੁਸੀਂ ਰਵਾਇਤੀ ਉਹ ਰਾਜਨੀਤੀ ਨਹੀਂ ਕਰੋਗੇ ਜਾਂ ਉਸ ਤਰ੍ਹਾਂ ਦੇ ਤੁਸੀਂ ਰਵਾਇਤੀ ਰੁਤਬੇ ਨਹੀਂ ਬਣਾਓਗੇ ਪਾਰਟੀ ਦੇ ਵਿੱਚ ਜਾਂ ਸਰਕਾਰ ਦੇ ਵਿੱਚ। ਕਿਤੇ ਨਾ ਕਿਤੇ ਤੁਹਾਡੇ ਪਾਰਟੀ ਦੇ ਉੱਤੇ ਇਹ ਇਲਜ਼ਾਮ ਲੱਗਣ ਲੱਗ ਗਏ। ਆਮ ਲੋਕਾਂ ਦੇ ਵਿੱਚੋਂ ਇਲਜ਼ਾਮ ਵਿਰੋਧੀ ਤਾਂ ਲਾਉਂਦੇ ਆ, ਲੋਕਾਂ ਦੇ ਵਿੱਚੋਂ ਇੱਕ ਇਲਜ਼ਾਮ ਲੱਗਣ ਲੱਗੇ। ਝਲਕ ਇਸ ਤਰ੍ਹਾਂ ਦੀ ਲੋਕਾਂ ਨੂੰ ਨਜ਼ਰ ਆਉਂਦੀ ਤੁਹਾਡੀ ਪਾਰਟੀ ਦੇ ਵਿੱਚੋਂ, ਤੁਹਾਡੀ ਸਰਕਾਰ ਦੇ ਵਿੱਚੋਂ ਕਿ ਇਹ ਵੀ ਉਸੇ ਤਰ੍ਹਾਂ ਦਾ ਬਿਹੇਵ, ਉਸੇ ਤਰ੍ਹਾਂ ਦਾ ਵਤੀਰਾ ਕਰ ਰਿਹਾ ਜਿਵੇਂ ਇੱਕ ਰਵਾਇਤੀ ਪਾਰਟੀਆਂ ਕਰਦੀਆਂ। ਇਹ ਕਿਉਂ ਹੋ ਗਿਆ? ਸਾਡੇ ਸਾਰੇ ਐਮਐਲਏ ਦੇਖ ਲਓ, ਤਕਰੀਬਨ 92 ਐਮਐਲਏ ਆ ਇਨਕਲੂਡਿੰਗ ਆਨਰੇਬਲ ਚੀਫ ਮਿਨਿਸਟਰ। ਜ਼ਿਆਦਾਤਰ ਐਮਐਲਏ ਜਿਹੜੇ ਆ ਉਹ ਲੋਕ ਆਏ ਆ ਜਿਨ੍ਹਾਂ ਦਾ ਪਰਿਵਾਰਿਕ ਬੈਕਗਰਾਊਂਡ ਕੋਈ ਰਾਜਨੀਤੀ 'ਚ ਨਹੀਂ ਰਿਹਾ, ਜਿਹੜੇ ਪੀੜ੍ਹੀ ਦਰ ਪੀੜ੍ਹੀ ਪੰਜਾਬ ਦੀਆਂ ਸੱਤਾਂ ਨਹੀਂ ਜਿਨ੍ਹਾਂ ਨੇ ਹਟਾਈਆਂ, ਕੋਈ ਬਹੁਤ ਵੱਡੇ ਘਰਾਣਿਆਂ ਨੂੰ ਬਿਲੋਂਗ ਨਹੀਂ ਕਰਦਾ। ਆਮ ਆਦਮੀ ਦੀ ਜਿਹੜੀ ਪਰਸੈਪਸ਼ਨ ਹੈ ਉਹ 'ਤੇ ਖਰੀ ਉਤਰਦੀ ਆਮ ਆਦਮੀ ਪਾਰਟੀ। ਤੇ ਜਿਹੜਾ ਪਿਛਲੇ 15-20 ਸਾਲ 'ਚ ਨਹੀਂ ਮੈਂ ਕਹੂੰਗਾ ਸਗੋਂ 60-70 ਸਾਲ 'ਚ ਦੇਖ ਲਓ ਕੁਛ ਘਰਾਣੇ ਸੀ ਉਹੀ ਅੱਗੇ ਆ ਕੇ ਐਮਐਲਏ ਐਮਪੀ ਔਰ ਮਿਨਿਸਟਰ ਚੀਫ ਮਿਨਿਸਟਰ ਬਣਦੇ ਰਹੇ ਆ। ਜਿਹੜੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਆਮ ਲੋਕਾਂ ਨੂੰ ਇੰਪਾਵਰ ਕਰਨਾ, ਤਾਕਤ ਦੇਣੀ, ਉਹਦੀ ਸਿੱਧੀ ਰਿਫਲੈਕਸ਼ਨ ਜਿਹੜੀ ਆਮ ਆਦਮੀ ਪਾਰਟੀ 'ਚ ਹੈਗੀ ਆ। ਉਦਾਹਰਣ ਤੇ ਚਲੋ ਹਮੇਸ਼ਾ ਗੁੰਜਾਇਸ਼ ਹੁੰਦੀ ਆ, ਆਉਣ ਵਾਲੇ ਟਾਈਮ 'ਚ ਕਰਾਂਗੇ। ਭਗਵੰਤ ਮਾਨ ਬਾਰੇ ਇੱਕ ਰਾਏ ਹੈ ਲੋਕਾਂ ਦੀ ਕਿ ਬਤੌਰ ਪਰਸਨਲ ਉਹ ਬਹੁਤ ਅੱਛੇ ਪਰਸਨ ਨੇ ਜੀ, ਭਗਵੰਤ ਮਾਨ ਜੀ। ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਕਿਸੇ ਨੇ ਇਲਜ਼ਾਮ ਨਹੀਂ ਲਾਇਆ ਕਿ ਰਿਸ਼ਵਤਖੋਰ ਨੇ, ਬੇਈਮਾਨ ਨੇ। ਲੇਕਿਨ ਉਹ ਕਹਿੰਦੇ ਆ ਕਿ ਭਗਵੰਤ ਮਾਨ ਉਹਨਾਂ ਦੀ ਚੱਲ ਨਹੀਂ ਰਹੀ ਕਿ ਦਿੱਲੀ ਵਾਲੇ ਕਾਫੀ ਲੋਕ ਜਿਹੜੇ ਆ ਉਹ ਬਿਠਾਏ ਹੋਏ ਨੇ। ਫਾਈਲ ਪਾਸ ਜਿਹੜੀ ਕਰਨੀ ਹੈ, ਕਿਸੇ ਦੀ ਅਪੁਆਇੰਟਮੈਂਟ ਕਰਨੀ ਹੈ IAS ਅਫਸਰ ਤੱਕ ਦੀ। ਔਰ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਹੈਡ ਹੈ ਅਰਵਿੰਦ ਕੇਜਰੀਵਾਲ ਜੀ ਹੈ, ਉਹ ਸਾਡੇ ਸੁਪਰੀਮੋ। ਲੇਕਿਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਹੈ। ਪੰਜਾਬ 'ਚ ਸਰਕਾਰ ਨੇ ਉਹਨਾਂ ਦੀ ਅਗਵਾਈ 'ਚ ਹੀ ਸਾਰੇ ਫੈਸਲੇ ਲੈਣੇ ਹੁੰਦੇ ਆ। ਔਰ ਇੱਕ ਮੈਂ ਸਿਰੇ ਤੋਂ ਡਿਨਾਈ ਕਰਦਾ ਹਾਂ ਕਿ ਮਾਨ ਸਾਹਿਬ ਨੂੰ ਫੈਸਲੇ ਨਹੀਂ ਲੈਣ ਦਿੱਤੇ ਜਾ ਰਹੇ। ਬਿਲਕੁਲ ਇੱਕ ਤੇ ਇੱਕ ਝੂਠਾ ਪ੍ਰੋਪੇਗੰਡਾ ਹੈ ਆਪੋਜੀਸ਼ਨ ਪਾਰਟੀਆਂ ਦਾ। ਮਾਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਜਿੱਦਣ ਮੇਰੇ ਜੇਬ 'ਚ ਹਰਾ ਪੈਨ ਆ ਗਿਆ ਮੈਂ ਨੌਕਰੀਆਂ ਦੇਣੀਆਂ, ਉਹ ਮਾਨ ਸਾਹਿਬ ਹੀ ਦੇ ਰਹੇ ਆ। ਸਵਾਗਤ ਹੈ ਤੁਹਾਡਾ ਸਾਂਝਾ ਟੀਵੀ 'ਚ ਔਰ ਮੈਂ ਹਾਂ ਮਦਨਦੀਪ। ਸਟ੍ਰੇਟ ਟਾਕ ਸਾਡਾ ਇੱਕ ਅਜਿਹਾ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਖਾਸ ਸ਼ਖਸੀਅਤ ਨਾਲ ਗੱਲਬਾਤ ਕਰਦੇ ਹਾਂ ਔਰ ਅੱਜ ਜਿਹੜੇ ਸਾਡੇ ਨਾਲ ਹਾਜ਼ਰ ਰਹਿਣਗੇ ਉਹ ਨੇ ਸਰਦਾਰ ਮਲਵਿੰਦਰ ਸਿੰਘ ਕੰਗ। ਸਰਦਾਰ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ। ਇਸ ਤੋਂ ਇਲਾਵਾ ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਇੰਚਾਰਜ ਵੀ ਨੇ ਔਰ ਇਹ ਡਿਫੈਂਡ ਕਰਨ ਲਈ ਆਮ ਆਦਮੀ ਪਾਰਟੀ ਨੂੰ ਤੇ ਸਰਕਾਰ ਨੂੰ ਇਹਨਾਂ ਦੇ ਅਜਿਹੇ ਮੁੱਖ ਸੂਤਰਧਾਰ ਨੇ, ਦੀਵਾਰ ਬਣ ਕੇ ਖੜ ਜਾਂਦੇ ਨੇ। ਅਸੀਂ ਅਕਸਰ ਇਹਨਾਂ ਨੂੰ ਦੇਖਦੇ ਹਾਂ, ਸਾਰੇ ਚੈਨਲਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੇ ਨੇ। ਅਸੀਂ ਇਹਨਾਂ ਨੂੰ ਕਿਹਾ ਕਿ ਅੱਜ ਸਾਡੇ ਚੈਨਲ 'ਚ ਤੁਸੀਂ ਨਜ਼ਰ ਆਵੋ। ਇਹਨਾਂ ਨੇ ਸਾਡਾ ਸੱਦਾ ਪ੍ਰਵਾਨ ਕੀਤਾ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਮਦਨ ਜੀ, ਤੁਹਾਡਾ ਧੰਨਵਾਦ। ਤੁਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਔਰ ਤੁਹਾਡਾ ਇਸ ਗੱਲ ਲਈ ਮਿਹਰਬਾਨੀ ਵੀ ਤੁਸੀਂ ਸਾਨੂੰ ਇੱਥੇ ਯਾਦ ਕੀਤਾ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਕੰਗ ਸਾਹਿਬ, ਸਾਲ ਹੋਣ ਵਾਲਾ ਹੈ, 16 ਮਾਰਚ ਨੂੰ ਸਾਲ ਹੋ ਜਾਣਾ ਹੈ ਜੀ। 2 ਹਫ਼ਤੇ ਬਾਕੀ ਹੈ ਜੀ। ਸਾਲ ਦੇ ਵਿੱਚ ਬਹੁਤ ਸਾਰੇ ਅਨੁਭਵ ਰਹੇ ਹੋਣਗੇ ਤੁਹਾਡੀ ਸਰਕਾਰ ਦੇ ਔਰ ਤੁਸੀਂ ਸਰਕਾਰ ਨੂੰ ਹਮੇਸ਼ਾ ਡਿਫੈਂਡ ਕਰਦੇ ਹੋ। ਸਰਕਾਰ ਨੇ ਕੀ ਕੀਤਾ, ਕੀ ਕਰਨਾ ਹੈ।
ਆਲੋਚਨਾ ਹੋ ਰਹੀ ਹੈ, ਆਲੋਚਨਾ ਨੂੰ ਕਿਵੇਂ ਰੋਕਣਾ ਹੈ, ਇਸ ਭੂਮਿਕਾ 'ਚ ਤੁਹਾਨੂੰ ਦੇਖਿਆ ਜਾਂਦਾ ਹੈ। ਮੈਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੂੰਗਾ ਕਿ ਜਿਹੜਾ ਸਾਲ ਹੋਣ ਵਾਲਾ ਸਰਕਾਰ ਨੂੰ, ਇਸ ਸਾਲ ਦੇ ਦਰਮਿਆਨ ਜੇ ਆਪਾਂ ਅਨੁਭਵ ਦੀ ਗੱਲ ਕਰਨੀ ਹੋਵੇ, ਚਾਹੇ ਉਹ ਖੱਟੇ ਆ ਮਿੱਠੇ ਆ, ਤਾਂ ਥੋੜ੍ਹਾ ਜਿਹਾ ਇਹਦੇ ਬਾਰੇ ਪਹਿਲਾਂ ਤੋਂ ਸਾਨੂੰ। ਦੇਖੋ ਮਦਨ ਜੀ, ਇੱਕ ਗੱਲ ਤੇ ਬੜੀ ਸਪਸ਼ਟ ਹੈ ਵੀ ਜਿਹੜਾ ਕੰਸਟਰਕਟਿਵ ਕ੍ਰਿਟਿਸਿਜ਼ਮ ਹੈ ਉਹਦਾ ਤਾਂ ਸਵਾਗਤ ਹੈ, ਉਹ ਹੋਣਾ ਵੀ ਚਾਹੀਦਾ ਜੀ। ਔਰ ਉਹ ਡੈਮੋਕ੍ਰੇਸੀ 'ਚ ਕਹਿੰਦੇ ਵੀ ਜਿੱਡਾ ਆਪੋਜੀਸ਼ਨ ਤੁਹਾਡੀ ਇਹ ਕੰਸਟਰਕਟਿਵ ਕ੍ਰਿਟਿਸਿਜ਼ਮ ਕਰੂਗੀ, ਓਨੀ ਸਰਕਾਰ ਬਿਹਤਰ ਚੱਲਦੀ ਹੈ ਜੀ। ਜਿੱਥੋਂ ਤੱਕ ਅਨੁਭਵ ਦੀ ਗੱਲ ਹੈ ਇੱਕ ਸਾਲ ਦੀ, ਮੈਨੂੰ ਲੱਗਦਾ ਹੈ ਵੀ ਜਿਹੜੀ ਰਾਜਨੀਤਿਕ ਗੁੰਡਾਗਰਦੀ, ਪੁਸਤਪਨਾਈ 'ਚ ਗੁੰਡਾਗਰਦੀ ਚੱਲਦੀ ਸੀ, ਪੋਲੀਟੀਕਲ ਜਿਹੜੀ ਬੁਰਸ਼ਾਗਰਦੀ, ਮੈਂ ਉਹਨੂੰ ਸ਼ਬਦ ਵੈਸੇ ਥੋੜ੍ਹਾ ਕੜਾ ਹੋ ਜਾਂਦਾ, ਲੇਕਿਨ ਆਪਾਂ 15-20 ਸਾਲ ਦੀ ਪੂਰੀ ਪੰਜਾਬ ਦੀ ਰਾਜਨੀਤੀ 'ਤੇ ਝਾਤੀ ਮਾਰਦੇ ਹਾਂ ਤੇ ਇੱਕ ਖੌਫ ਲੋਕਾਂ ਸੀ ਪੋਲੀਟੀਕਲ ਕਲਾਸ ਦਾ, ਉਹ ਖੌਫ ਖਤਮ ਹੋਇਆ, ਪੋਲੀਟੀਕਲ ਗੁੰਡਾਗਰਦੀ ਖਤਮ ਹੋਈ ਆ। ਪੋਲੀਟੀਕਲ ਗੁੰਡਾਗਰਦੀ ਤੋਂ ਭਾਵ ਮੇਰਾ ਆਇਆ ਵੀ ਲੋਕ ਰਾਜਨੀਤੀ 'ਚ ਸੱਤਾ ਤੇ ਵਿੱਚ ਆ ਕੇ ਮਨਮਰਜ਼ੀਆਂ ਦੇ ਆਧਾਰ 'ਤੇ ਪਲਾਟ ਤੋਂ ਲੈ ਕੇ ਜ਼ਮੀਨਾਂ ਕਬਜ਼ਾਉਣੀਆਂ, ਔਰ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਡਿਲੀਵਰ ਕਰਨਾ, ਉਹਦੀ ਬਜਾਏ ਆਪਣੇ ਜਿਹੜੇ ਆ ਇੰਪਾਇਰ ਖੜੇ ਕਰ ਲੈਣੇ। ਇੱਕ ਤੇ ਬਹੁਤ ਵੱਡੀ ਪਰਸੈਪਸ਼ਨ ਚੇਂਜ ਕੀਤੀ ਹੈ ਮਾਨ ਸਾਹਿਬ ਦੀ ਸਰਕਾਰ ਨੇ ਵੀ ਅਲਟੀਮੇਟਲੀ ਸਰਕਾਰ ਦਾ ਰੂਪ ਕਿਹੜਾ ਹੋਣਾ ਚਾਹੀਦਾ ਲੋਕਾਂ ਦੇ ਪ੍ਰਤੀ, ਉਹ ਪਿਛਲੀਆਂ ਸਰਕਾਰਾਂ ਨੂੰ ਸਾਡਾ ਬੜਾ ਫਰਕ ਹੈ। ਦੂਜੀ ਗੱਲ ਟਰਾਂਸਪੈਰੈਂਸੀ ਦੇ ਮਾਮਲੇ 'ਚ। ਤੀਸਰੀ ਗੱਲ ਕਿਤੇ ਨਾ ਕਿਤੇ ਪੰਜਾਬ ਦੀ ਸਭ ਤੋਂ ਜ਼ਿਆਦਾ ਜ਼ਰੂਰਤ, ਜਿਹਨੂੰ ਰੋਜ਼ਗਾਰ ਕਹਿ ਸਕਦੇ ਹੋ, ਉਹਦੀ ਸ਼ੁਰੂਆਤ ਕੀਤੀ ਆ। ਇਮਾਨਦਾਰੀ ਦੇ ਪ੍ਰਵਿਊ 'ਚ ਪੰਜਾਬ ਦੀ, ਚਾਹੇ ਉਹ ਕੈਬਨਿਟ ਹੋਵੇ, ਚਾਹੇ ਮਾਨਯੋਗ ਮੁੱਖ ਮੰਤਰੀ ਹੋਵੇ, ਕੋਈ ਉਂਗਲੀ ਨਹੀਂ ਚੱਕ ਸਕਦਾ। ਸੋ ਮੈਨੂੰ ਲੱਗਦਾ ਇੱਕ ਰਿਸਪੌਂਸਿਬਲ ਗੌਰਮੈਂਟ ਦਾ ਮਾਡਲ ਜਿਹੜਾ ਆ, ਉਹ ਜ਼ਰੂਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਹੈ ਪਿਛਲੇ 1 ਸਾਲ ਦੇ ਤਰ੍ਹਾਂ। ਠੀਕ ਹੈ, ਠੀਕ ਹੈ। ਤੁਹਾਨੂੰ ਯਾਦ ਹੋਣਾ ਕਿ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਆਏ ਸੀ, ਜਦੋਂ ਪ੍ਰਚਾਰ ਕੀਤਾ ਸੀ, ਤੁਸੀਂ ਇਸ ਤਰ੍ਹਾਂ ਦੇ ਕੁਝ ਸੁਪਨੇ ਸਿਰਜੇ ਸੀ ਪਾਰਟੀ ਦੇ ਅੰਦਰ ਵੀ, ਤੇ ਲੋਕਾਂ ਨੇ ਵੀ ਦਿਖਾਏ ਸੁਪਨੇ। ਮਾਨ ਸਾਹਿਬ ਖੁਦ ਵੀ, ਚਾਹੇ ਤੁਹਾਡੇ ਸੁਪਰੀਮੋ ਹੋਣ ਕੇਜਰੀਵਾਲ ਸਾਹਿਬ, ਉਹਨਾਂ ਨੇ ਵੀ, ਕਿ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੋਗੇ, ਲੋਕਾਂ ਦੀ ਸਰਕਾਰ ਹੋਵੋਗੇ, ਔਰ ਤੁਸੀਂ ਰਵਾਇਤੀ ਉਹ ਰਾਜਨੀਤੀ ਨਹੀਂ ਕਰੋਗੇ, ਜਾਂ ਉਸ ਤਰ੍ਹਾਂ ਦੇ ਤੁਸੀਂ ਰਵਾਇਤੀ ਰੁਤਬੇ ਨਹੀਂ ਬਣਾਓਗੇ ਪਾਰਟੀ ਦੇ ਵਿੱਚ ਜਾਂ ਸਰਕਾਰ ਦੇ ਵਿੱਚ, ਜਿਹੜੇ ਆਮ ਤੌਰ 'ਤੇ ਦੇਖੇ ਜਾ ਰਹੇ। ਜਿਵੇਂ ਤੁਸੀਂ ਹੁਣ ਵੀ ਕਿਹਾ ਹੈ, ਹੁਣ ਤੁਸੀਂ ਪ੍ਰੀਵਿਊ ਸ਼ਬਦ ਵਰਤਿਆ ਹੈ। ਪ੍ਰੀਵਿਊ ਦਾ ਸਾਫ਼ ਅਰਥ ਹੈ ਕਿ ਤੁਸੀਂ ਇੱਕ ਦ੍ਰਿਸ਼ ਦਿਖਾਇਆ ਹੈ। ਨਿਰਸੰਦੇਹ ਹੋਰ ਬਹੁਤ ਕੁਝ ਕਰਨ ਵਾਲਾ ਹੈ, ਤੁਸੀਂ ਵੀ ਜਾਣਦੇ ਹੋ, ਲੇਕਿਨ ਕਿਤੇ ਨਾ ਕਿਤੇ ਤੁਹਾਡੇ ਪਾਰਟੀ ਦੇ ਉੱਤੇ ਇਹ ਇਲਜ਼ਾਮ ਲੱਗਣ ਲੱਗ ਗਏ। ਆਮ ਲੋਕਾਂ ਦੇ ਵਿੱਚੋਂ ਇਲਜ਼ਾਮ, ਵਿਰੋਧੀ ਤਾਂ ਲਾਉਂਦੇ ਆ, ਲੋਕਾਂ ਦੇ ਵਿੱਚੋਂ ਇੱਕ ਇਲਜ਼ਾਮ ਲੱਗਣ ਲੱਗੇ ਕਿ ਜਿਹੜੀ ਇਹਨਾਂ ਨੇ ਗੱਲ ਕਹੀ ਸੀ ਕਿ ਇਹ ਪਾਰਟੀ ਲੋਕਾਂ ਦੀ ਹੋਵੇਗੀ, ਇਹ ਰਵਾਇਤੀ ਕੰਮ ਨਹੀਂ ਕਰਨਗੇ, ਪਰ ਝਲਕ ਇਸ ਤਰ੍ਹਾਂ ਦੀ ਲੋਕਾਂ ਨੂੰ ਨਜ਼ਰ ਆਉਂਦੀ ਤੁਹਾਡੀ ਪਾਰਟੀ ਦੇ ਵਿੱਚੋਂ, ਤੁਹਾਡੀ ਸਰਕਾਰ ਦੇ ਵਿੱਚੋਂ, ਕਿ ਇਹ ਵੀ ਉਸੇ ਤਰ੍ਹਾਂ ਦਾ ਬਿਹੇਵ, ਉਸੇ ਤਰ੍ਹਾਂ ਦਾ ਵਤੀਰਾ ਕਰ ਰਿਹਾ ਜਿਵੇਂ ਇੱਕ ਰਵਾਇਤੀ ਪਾਰਟੀਆਂ ਕਰਦੀਆਂ। ਇਹ ਕਿਉਂ ਅਜਿਹਾ? ਨਹੀਂ, ਮੈਨੂੰ ਲੱਗਦਾ ਹੈ ਨਜ਼ਰੀਆ ਇਸ ਜਿਹੜਾ ਆਮ ਸਧਾਰਨ ਲੋਕਾਂ ਦਾ ਨਜ਼ਰੀਆ, ਉਹ ਇਸ ਤਰ੍ਹਾਂ ਦਾ ਨਹੀਂ ਹੈ। ਉਹਦਾ ਕਾਰਨ ਹੈ, ਸਾਡੇ ਸਾਰੇ ਐਮਐਲਏ ਦੇਖ ਲਓ, ਤਕਰੀਬਨ 92 ਐਮਐਲਏ ਆ, ਇਨਕਲੂਡਿੰਗ ਆਨਰੇਬਲ ਚੀਫ ਮਿਨਿਸਟਰ। ਜ਼ਿਆਦਾਤਰ ਐਮਐਲਏ ਜਿਹੜੇ ਆ ਉਹ ਲੋਕ ਆਏ ਆ ਜਿਨ੍ਹਾਂ ਦਾ ਪਰਿਵਾਰਿਕ ਬੈਕਗਰਾਊਂਡ ਕੋਈ ਰਾਜਨੀਤੀ 'ਚ ਨਹੀਂ ਰਿਹਾ ਹੋਊਗਾ, ਜਿਹੜੇ ਪੀੜ੍ਹੀ ਦਰ ਪੀੜ੍ਹੀ ਪੰਜਾਬ ਦੀਆਂ ਸੱਤਾਂ ਨਹੀਂ ਜਿਨ੍ਹਾਂ ਨੇ ਹਟਾਈਆਂ, ਕੋਈ ਬਹੁਤ ਵੱਡੇ ਘਰਾਣਿਆਂ ਨੂੰ ਬਿਲੋਂਗ ਨਹੀਂ ਕਰਦੇ। ਕੁਛ ਐਗਜ਼ਾਮਪਲਾਂ ਤਾਂ ਹੈਗੀਆਂ, ਚਲੋ ਉਹ ਕਾਰਨ ਸੀ ਉਸ ਟਾਈਮ, ਕਈ ਥਾਵਾਂ 'ਤੇ ਸਾਨੂੰ ਕੈਂਡੀਡੇਟ ਲੈਣੇ ਵੀ ਪਏ। ਲੇਕਿਨ ਜਿਹੜਾ ਤੁਸੀਂ ਕਿਹਾ ਵੀ ਆਮ ਆਦਮੀ ਸਰਕਾਰ ਦਾ ਸਭ ਤੋਂ ਵੱਡਾ ਹੀ ਇਹੀ ਮਤਲਬ ਰਿਜ਼ਲਟ ਹੈ ਵੀ ਆਮ ਸਧਾਰਨ ਲੋਕਾਂ ਨੂੰ, ਜਿਹੜੇ ਉਹਨਾਂ ਵਰਗੇ ਲੋਕ ਹੈ, ਮਤਲਬ ਤੁਸੀਂ ਸਾਡੇ ਐਮਐਲਏ ਸਾਹਿਬਾਨ ਜਾਂ ਮੰਤਰੀ ਸਾਹਿਬਾਨ ਹੁਣ ਵੀ ਲੋਕਾਂ ਜਦੋਂ ਵਿਚਰਦੇ ਆ ਤੇ ਉਹਨਾਂ ਦੀ ਸਾਦਗੀ ਨੂੰ ਲੈ ਕੇ, ਉਹਨਾਂ ਦੇ ਬਿਹੇਵ ਨੂੰ ਲੈ ਕੇ, ਔਰ ਕਈ ਵਾਰ ਉਹਨਾਂ ਦਾ ਜਿਹੜਾ ਇੰਨਾ ਸਾਦਗੀ ਭਰਾ ਬਿਹੇਵੀਅਰ ਹੈ, ਉਹਦੇ 'ਚ ਉਹ ਪ੍ਰੋਟੋਕਾਲ ਦੀ ਉਲੰਘਣਾ ਵੀ ਕਰ ਜਾਂਦੇ ਆ। ਜਿਹੜਾ ਇੱਕ ਐਮਐਲਏ ਦਾ ਪ੍ਰੋਟੋਕਾਲ ਹੈ, ਇਹੋ ਜਿਹੇ ਵੀ ਐਗਜ਼ਾਮਪਲ ਆਏ, ਲੇਕਿਨ ਉਹਦੇ ਪਿੱਛੇ ਉਹਨਾਂ ਦਾ ਇੱਕ ਕਿਉਂਕਿ ਸੱਤਾ ਉਹਨਾਂ ਦੇ ਪਰਿਵਾਰ 'ਚ ਕਿਸੇ ਨੇ ਹੰਢਾਈ ਨਹੀਂ ਆ, ਉਹ ਹੰਕਾਰ ਨਹੀਂ ਆ। ਸੋ ਮੈਨੂੰ ਲੱਗਦਾ ਇਹ ਆਮ ਆਦਮੀ ਦੀ ਜਿਹੜੀ ਪਰਸੈਪਸ਼ਨ ਹੈ, ਉਹ 'ਤੇ ਖਰੀ ਉਤਰਦੀ ਆਮ ਆਦਮੀ ਪਾਰਟੀ। ਇਹ ਤਾਂ ਬਿਲਕੁਲ ਕਿਹਾ ਨਹੀਂ ਜਾ ਸਕਦਾ ਵੀ ਹਾਂ, ਜਿੱਥੋਂ ਤੱਕ ਗੱਲ ਹੈ ਸਰਕਾਰੀ ਮਸ਼ੀਨਰੀ ਦੀ, ਜੇ ਤੇ ਉਸ ਪੁਆਇੰਟ ਆਫ ਵਿਊ ਨਾਲ ਸੋਚਦੇ ਹੋ ਤੁਸੀਂ ਕਿ ਗੱਡੀਆਂ ਲੈ ਲਈਆਂ ਜਾਂ ਸਿਕਿਉਰਿਟੀ ਨੂੰ ਲੈ ਕੇ ਜਾਂ ਘਰ, ਇਹ ਤਾਂ ਦੇਖੋ ਇੱਕ ਸਰਕਾਰੀ ਮਸ਼ੀਨਰੀ ਨੇ ਜਦੋਂ ਕੰਮ ਕਰਨਾ ਹੈ,
ਉਹਦਾ ਪ੍ਰੋਟੋਕਾਲ ਵੀ ਬਣਦਾ ਹੈ। ਲੇਕਿਨ ਆਮ ਕੰਡਕਟ ਜਿਹੜਾ ਨਾਰਮਲ ਕੰਡਕਟ ਜਿਹੜਾ ਐਮਐਲਏ ਦਾ ਹੈ, ਤੇ ਜਿਹੜਾ ਪਿਛਲੇ 15-20 ਸਾਲ 'ਚ ਨਹੀਂ ਮੈਂ ਕਹੂੰਗਾ ਸਗੋਂ 60-70 ਸਾਲ 'ਚ ਦੇਖ ਲਓ ਕੁਛ ਘਰਾਣੇ ਸੀ ਉਹੀ ਅੱਗੇ ਆ ਕੇ ਐਮਐਲਏ ਐਮਪੀ ਔਰ ਮਿਨਿਸਟਰ ਚੀਫ ਮਿਨਿਸਟਰ ਬਣਦੇ ਰਹੇ ਆ। ਉਹ ਤੇ ਮੈਨੂੰ ਲੱਗਦਾ ਇੱਕ ਆਮ ਲੋਕਾਂ ਨੂੰ ਜਿਹੜੀ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਆਮ ਲੋਕਾਂ ਨੂੰ ਇੰਪਾਵਰ ਕਰਨਾ, ਤਾਕਤ ਦੇਣੀ, ਉਹਦੀ ਸਿੱਧੀ ਰਿਫਲੈਕਸ਼ਨ ਜਿਹੜੀ ਆਮ ਆਦਮੀ ਪਾਰਟੀ 'ਚ ਹੈਗੀ ਆ। ਔਰ ਸੁਧਾਰ ਦੀ ਜ਼ਰੂਰ ਮੈਂ ਕਹਿ ਸਕਦਾ, ਸੁਧਾਰ ਤੇ ਚਲੋ ਹਮੇਸ਼ਾ ਗੁੰਜਾਇਸ਼ ਹੁੰਦੀ ਆ, ਆਉਣ ਵਾਲੇ ਟਾਈਮ 'ਚ ਕਰਾਂਗੇ ਇਹਨੂੰ। ਥੋੜਾ ਜਿਹਾ ਹੋਰ ਮੈਂ ਗੱਲ ਇੱਕ ਜਾਣਨੀ ਚਾਹਣਾ, ਫਿਰ ਅਸੀਂ ਦੂਜੇ ਪਾਸੇ ਲਾਵਾਂਗੇ। ਜੀ ਮੈਂ ਰਿਫਾਈਨ ਕਰਨਾ ਚਾਹਣਾ ਲੋਕਾਂ ਤੱਕ ਗੱਲ ਸਹੀ ਜਾਵੇ, ਜੀ, ਕਿਉਂਕਿ ਤੁਸੀਂ ਬੜੀ ਸਹੀ ਗੱਲ ਕਰਦੇ ਹੁੰਦੇ ਹੋ, ਮੈਨੂੰ ਤੁਹਾਡੇ ਨੀਤ ਤੇ ਕੋਈ ਸ਼ੱਕ ਕਦੇ ਹੋਇਆ ਨਹੀਂ। ਆਮ ਤੌਰ ਤੇ ਇੱਕ ਚਰਚਾ ਆ ਪਾਵਰ ਸੈਂਟਰ ਦੀ, ਭਗਵੰਤ ਮਾਨ ਬਾਰੇ ਇੱਕ ਰਾਏ ਆ ਲੋਕਾਂ ਦੀ ਕਿ ਬਤੌਰ ਪਰਸਨਲ ਉਹ ਬਹੁਤ ਅੱਛੇ ਪਰਸਨ ਨੇ ਜੀ, ਭਗਵੰਤ ਮਾਨ ਜੀ। ਉਹਨਾਂ ਦੇ ਉੱਤੇ ਕੋਈ ਹਾਲੇ ਤੱਕ ਇਸ ਤਰ੍ਹਾਂ ਦਾ ਕੋਈ ਕਿਸੇ ਨੇ ਇਲਜ਼ਾਮ ਨਹੀਂ ਲਾਇਆ ਕਿ ਰਿਸ਼ਵਤਖੋਰ ਨੇ, ਬੇਈਮਾਨ ਨੇ। ਉਹ ਕਹਿੰਦੇ ਬਹੁਤ ਅੱਛੇ ਦਿਲ ਦੇ, ਸਾਰੇ ਇਹ ਗੱਲ ਕਹਿੰਦੇ ਆ, ਮੈਂ ਵੀ ਕਹਿੰਦਾ। ਲੇਕਿਨ ਉਹ ਕਹਿੰਦੇ ਆ ਕਿ ਭਗਵੰਤ ਮਾਨ ਹੋਣਾ ਦੀ ਚੱਲ ਨਹੀਂ ਰਹੀ ਪਾਵਰ ਸੈਂਟਰ ਨੇ ਸਰਕਾਰ ਦੇ ਅੰਦਰ, ਕਿ ਦਿੱਲੀ ਵਾਲੇ ਕਾਫੀ ਲੋਕ ਜਿਹੜੇ ਆ ਉਹ ਬਿਠਾਏ ਹੋਏ ਨੇ। ਫਾਈਲ ਪਾਸ ਜਿਹੜੀ ਕਰਨੀ ਹੈ, ਕਿਸੇ ਦੀ ਅਪੁਆਇੰਟਮੈਂਟ ਕਰਨੀ ਹੈ IAS ਅਫਸਰ ਤੱਕ ਦੀ, ਤਾਂ ਉਹ ਦਿੱਲੀ ਤੋਂ ਪਾਸ ਹੋ ਕੇ ਆਉਂਦੀ ਹੈ, ਜਾਂ ਇੱਥੇ ਜਿਹੜਾ ਦਿੱਲੀ ਦਾ ਇੱਕ ਪਾਵਰ ਸੈਂਟਰ ਬੈਠਾ ਹੈ ਉਹਨਾਂ ਦੇ ਦਫ਼ਤਰ 'ਚ ਫਾਈਲ ਜਾਂਦੀ ਅਤੇ ਉੱਥੋਂ ਸਿਗਨੇਚਰ ਹੋ ਕੇ ਆਉਂਦੀ, ਫਿਰ ਅਪੁਆਇੰਟਮੈਂਟ ਹੁੰਦੀ ਹੈ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਇੰਡੀਪੈਂਡੈਂਟ ਭਗਵੰਤ ਮਾਨ ਇਸ ਵੇਲੇ ਮੁੱਖ ਮੰਤਰੀ ਦੇ ਤੌਰ 'ਤੇ ਵਿਚਰ ਰਹੇ ਨੇ, ਜਾਂ ਇਹਨਾਂ ਇਲਜ਼ਾਮਾਂ ਵਿੱਚ ਮਾੜੀ ਮੋਟੀ ਸੱਚਾਈ? ਦੋ ਗੱਲਾਂ ਇਹਦੇ 'ਚ। ਇੱਕ ਤੇ ਆਮ ਆਦਮੀ ਪਾਰਟੀ ਹੁਣ ਨੈਸ਼ਨਲ ਪਾਰਟੀ ਹੈ, ਔਰ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਹੈਡ ਹੈ ਅਰਵਿੰਦ ਕੇਜਰੀਵਾਲ ਜੀ ਹੈ, ਉਹ ਸਾਡੇ ਸੁਪਰੀਮੋ ਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਨੈਸ਼ਨਲ ਪਾਰਟੀ ਦਾ ਇੱਕ ਢਾਂਚਾ ਹੁੰਦਾ ਆ ਫੈਸਲੇ ਲੈਣ ਦਾ ਔਰ ਵਰਕਿੰਗ ਦਾ। ਉਹ ਢਾਂਚੇ ਦਾ ਮਕਸਦ ਇਹ ਆ ਵੀ ਸਟੇਟ ਲੀਡਰਸ਼ਿਪ ਨੈਸ਼ਨਲ ਲੀਡਰਸ਼ਿਪ ਨਾਲ ਬੈਠ ਕੇ ਔਰ ਕੰਸਲਟ ਕਰਕੇ ਆਪਣੇ ਫੈਸਲੇ ਲੈਂਦੀ ਆ। ਉਹ ਆਮ ਆਦਮੀ ਪਾਰਟੀ ਉਸੇ ਤਰੀਕੇ ਨਾਲ ਲੈਂਦੀ। ਲੇਕਿਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਹੈ, ਪੰਜਾਬ 'ਚ ਸਰਕਾਰ ਨੇ ਉਹਨਾਂ ਦੀ ਅਗਵਾਈ 'ਚ ਹੀ ਸਾਰੇ ਫੈਸਲੇ ਲੈਣੇ ਹੁੰਦੇ ਆ। ਔਰ ਇੱਕ ਮੈਂ ਸਿਰੇ ਤੋਂ ਡਿਨਾਈ ਕਰਦਾ ਹਾਂ ਕਿ ਮਾਨ ਸਾਹਿਬ ਨੂੰ ਫੈਸਲੇ ਨਹੀਂ ਲੈਣ ਦਿੱਤੇ ਜਾ ਰਹੇ। ਬਿਲਕੁਲ ਇੱਕ ਝੂਠਾ ਪ੍ਰੋਪੇਗੰਡਾ ਹੈ ਆਪੋਜੀਸ਼ਨ ਪਾਰਟੀਆਂ ਦਾ। ਪੰਜਾਬ 'ਚ ਜਿਹੜੇ ਫੈਸਲੇ ਹੋਏ ਆ, ਚਾਹੇ ਉਹ 1 MLA 1 ਪੈਨਸ਼ਨ ਦੀ ਗੱਲ ਹੈ, ਚਾਹੇ ਸਰਕਾਰੀ ਜ਼ਮੀਨਾਂ ਛਡਾਉਣ ਦੀ ਗੱਲ ਹੈ, ਚਾਹੇ ਹਰ ਰੋਜ਼ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਹੈ, ਮਾਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਸੀ ਜਿੱਦਣ ਮੇਰੇ ਜੇਬ 'ਚ ਹਰਾ ਪੈਨ ਆ ਗਿਆ ਮੈਂ ਨੌਕਰੀਆਂ ਦੇਣੀਆਂ, ਉਹ ਮਾਨ ਸਾਹਿਬ ਹੀ ਦੇ ਰਹੇ ਆ। ਚਾਹੇ ਉਹ ਮਾਫੀਆ ਰਾਜ ਨੂੰ ਖਤਮ ਕਰਨ ਦੀ ਗੱਲ ਹੈ, ਚਾਹੇ ਉਹ ਰੇਤ ਮਾਫੀਆ ਦੀ ਗੱਲ ਹੈ, ਟਰਾਂਸਪੋਰਟ ਮਾਫੀਆ ਦੀ ਗੱਲ ਹੈ, ਐਕਸਾਈਜ਼ ਤੇ ਮੋਨੋਪੋਲੀ ਸੀ ਕੁਝ ਘਰਾਣਿਆਂ ਦੀ, ਉਹ ਸਾਰੇ ਫੈਸਲੇ ਮਾਨ ਸਾਹਿਬ ਦੀ ਸਰਕਾਰ ਨੇ ਲਏ ਆ। ਲੇਕਿਨ ਇੱਕ ਗੱਲ ਮੈਂ ਬੜਾ ਸਪਸ਼ਟ ਕਰਾਂ ਤੁਹਾਡੇ ਦਰਸ਼ਕਾਂ ਨੂੰ, ਨੈਸ਼ਨਲ ਪਾਰਟੀ ਦਾ ਇੱਕ ਤੌਰ ਤਰੀਕਾ ਆ ਉਹਨੂੰ ਚਲਾਉਣ ਦਾ। ਉਹ ਤੌਰ ਤਰੀਕਾ ਕੰਸਲਟੇਸ਼ਨ ਹੁੰਦੀ ਆ, ਸਲਾਹ ਮਸ਼ਵਰਾ ਹੁੰਦਾ ਆ। ਪੰਜਾਬ ਨੂੰ ਕੀ ਸੂਟ ਕਰਦਾ ਆ, ਪੰਜਾਬ ਵਾਸਤੇ ਕੀ ਬਿਹਤਰ ਹੈ, ਇਹ ਮਾਨ ਸਾਹਿਬ ਹੀ ਐਡਵਾਈਸ ਕਰਦੇ ਆ ਜਾਂ ਮਾਨ ਸਾਹਿਬ ਹੀ ਫੈਸਲਾ ਲੈਂਦੇ ਆ। ਨਵਲ ਅਗਰਵਾਲ ਕੌਣ ਨੇ? ਮੈਂ ਆ ਰਿਹਾ। ਜਿੱਥੋਂ ਤੱਕ ਸਾਡੇ ਨੈਸ਼ਨਲ ਸੁਪਰੀਮੋ ਜੀ ਦੀ ਗੱਲ ਹੈ, ਦੇਖੋ ਅਰਵਿੰਦ ਕੇਜਰੀਵਾਲ ਜੀ ਬਾਰੇ ਵੀ ਇੱਕ ਗੱਲ ਬੜੀ ਸਪਸ਼ਟ ਕਰਨੀ ਬਣਦੀ ਹੈ। ਅਰਵਿੰਦ ਕੇਜਰੀਵਾਲ ਜੀ ਤੁਸੀਂ ਕਾਂਗਰਸ ਦੀ ਲੀਡਰਸ਼ਿਪ ਵਾਂਗੂ ਨਹੀਂ ਉਹਨਾਂ ਨੂੰ ਉਸ ਕੈਟੇਗਰੀ 'ਚ ਨਹੀਂ ਗਿਣ ਸਕਦੇ। ਨਾ ਤੁਸੀਂ ਬੀਜੇਪੀ ਦੀ ਜਿਹੜੀ ਲੀਡਰਸ਼ਿਪ ਹੈ ਕਿ ਮੋਦੀ ਸਾਹਿਬ ਔਰ ਅਮਿਤ ਸ਼ਾਹ ਨੇ ਹੀ ਚਲਾਉਣੀ, ਉਹਨਾਂ ਨੇ ਪਾਰਟੀ ਵਿਦ ਡਿਫਰੈਂਸ ਖਤਮ ਕਰਤੀ। ਅਰਵਿੰਦ ਕੇਜਰੀਵਾਲ ਜੀ ਇੱਕ ਆਪ ਵੀ ਵੱਡੇ ਅਹੁਦੇ 'ਤੇ ਸੀਗੇ, ਨੌਕਰੀ ਨੂੰ ਛੱਡ ਕੇ ਆਏ ਆ, ਲੱਤ ਮਾਰ ਕੇ ਆਏ ਆ, ਫਿਰ ਉਹਨਾਂ ਨੇ ਸੰਘਰਸ਼ ਕੀਤਾ, ਇੱਕ ਪੂਰਾ ਅੰਦੋਲਨ ਖੜਾ ਕੀਤਾ ਹੈ ਜੀ ਇੱਕ ਦੇਸ਼ ਲੈਵਲ 'ਤੇ, ਲੋਕਾਂ ਨੂੰ ਲਾਮਬੰਦ ਕੀਤਾ, ਫਿਰ ਆਪ 3 ਵਾਰ ਮੁੱਖ ਮੰਤਰੀ ਇਲੈਕਟ ਹੋਏ ਆ, ਲੋਕਾਂ ਨਾਲ ਚੁਣੇ ਗਏ। ਇਸ ਕਰਕੇ ਸਾਡੀ ਪਾਰਟੀ ਦਾ ਇਹ ਕਿਸੇ ਤਰ੍ਹਾਂ ਦਾ ਕੋਈ ਇਹਦੇ 'ਚ ਕੋਈ ਕਿੰਤੂ ਪਰੰਤੂ ਹੈ ਹੀ ਨਹੀਂ ਹੈ। ਪੰਜਾਬ 'ਚ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਸਰਕਾਰ ਕੰਮ ਕਰਦੀ ਹੈ। ਨਵਲ ਅਗਰਵਾਲ ਜਿਹੜਾ ਇੱਥੇ ਮੈਂ ਤੁਹਾਨੂੰ ਦੱਸਦਾ, ਸਰਕਾਰ ਨੇ ਚਾਹੇ ਐਕਸਪਰਟਸ ਦੀ ਗੱਲ ਹੋਵੇ, ਆਟੋਕ੍ਰੈਟਿਕ ਗੱਲ ਹੋਵੇ, ਬਿਊਰੋਕਰੇਟ ਦੀ ਗੱਲ ਹੋਵੇ ਜਾਂ ਐਡਵਾਈਜ਼ਰ ਦੀ ਗੱਲ ਹੋਵੇ, ਜਿੱਥੇ ਜਿੱਥੇ ਸਰਕਾਰਾਂ ਨੂੰ ਲੋੜ ਰਹਿੰਦੀਆਂ ਕਿਸੇ ਐਕਸਪਰਟ ਬੰਦੇ ਦੀਆਂ, ਸਰਕਾਰਾਂ ਟਾਈਮ ਟੂ ਟਾਈਮ ਇਹੋ ਜਿਹੇ ਬੰਦਿਆਂ ਨੂੰ ਇਨਰੋਲ ਕਰਦੀਆਂ ਰਹੀਆਂ। ਲੇਕਿਨ ਜਿਹੜਾ ਨਾਂ ਤੁਸੀਂ ਲਿਆ ਉਹਦੇ ਬਾਰੇ ਅਥੈਂਟਿਸਿਟੀ ਨਾਲ ਹਜੇ ਕੁਝ ਵੀ ਕਨਫਰਮ ਨਹੀਂ ਆ। ਲੇਕਿਨ ਇਹ ਬਿਲਕੁਲ ਮੈਂ ਤੁਹਾਨੂੰ ਫੇਰ ਕਹਿ ਦਾਂ, ਪੰਜਾਬ ਸਰਕਾਰ ਨੂੰ ਜਿੱਥੇ ਜਿੱਥੇ ਦੇਸ਼ 'ਚ ਜਾਂ ਈਵਨ ਦੁਨੀਆ ਭਰ 'ਚੋਂ ਵੀ ਕੋਈ ਚੰਗੇ ਕੰਸਲਟੈਂਟ ਦੀ ਲੋੜ ਹੋਊਗੀ, ਐਡਵਾਈਜ਼ਰ ਦੀ ਲੋੜ ਹੋਊਗੀ, ਤਾਂ ਮੈਨੂੰ ਲੱਗਦਾ ਉਹ 'ਚ ਕੋਈ ਮਾੜੀ ਗੱਲ ਨਹੀਂ, ਜਿਨ੍ਹਾਂ ਦਾ ਆਪਣਾ ਇੱਕ
ਤੌਰ ਤਰੀਕਾ ਆ, ਆਪਣੀ ਐਕਸਪਰਟੀਜ਼ ਹੈ ਜਿਹੜੇ ਲੋਕਾਂ ਦੀ। ਜੇ ਪੰਜਾਬ ਲਈ ਬਿਹਤਰੀ ਲਈ ਕੋਈ ਮਾਡਲ ਤਿਆਰ ਕਰ ਸਕਦੇ ਆ, ਕੋਈ ਡਿਜ਼ਾਈਨ ਤਿਆਰ ਕਰ ਸਕਦੇ ਆ, ਤੇ ਸਾਨੂੰ ਉਹਦਾ ਸੇਵਾ ਲੈਣੀ ਚਾਹੀਦੀ। ਇਹਦੇ 'ਚ ਦੋ ਗੱਲਾਂ ਹੈ ਜੀ। ਜੇ ਤੁਸੀਂ ਥੋੜ੍ਹੀ ਬਹੁਤ ਸੱਚਾਈ ਜ਼ਾਹਰ ਕਰ ਦਿਓ ਤਾਂ ਮੈਨੂੰ ਇਹ ਪਤਾ ਲੱਗਿਆ ਸੀ ਕਿ ਇੱਕ ਫਾਈਲ ਆਈ ਸੀ ਭਗਵੰਤ ਮਾਨ ਜੀ ਦੇ ਕੋਲ। ਜੀ ਜੀ। ਉਹਨਾਂ ਦਾ ਸਲਾਹਕਾਰ ਲਾਉਣ ਲਈ, ਉਹਦੇ 'ਚ ਸ਼ਾਇਦ ਨਵਲ ਅਗਰਵਾਲ ਸਾਹਿਬ ਦਾ ਨਾਂ ਸੀ, ਨਵਲ ਅਗਰਵਾਲ ਦਾ। ਤਾਂ ਭਗਵੰਤ ਮਾਨ ਜੀ ਨੇ ਕਿਹਾ ਸੀ ਕਿ ਨਹੀਂ, ਮੈਨੂੰ ਹਾਲੇ ਇਸ ਤਰ੍ਹਾਂ ਦੇ ਕਿਸੇ ਸਲਾਹਕਾਰ ਦੀ ਲੋੜ ਨਹੀਂ। ਕੀ ਸੱਚਾਈ ਇਹ? ਨਹੀਂ ਜੀ, ਜੇ ਮੈਨੂੰ ਨਹੀਂ ਪਤਾ ਤੁਹਾਡੇ ਕਿਹੜੇ ਸੂਤਰ ਹੈ, ਇਹ ਤੇ ਉਹੀ ਕਨਫਰਮ ਕਰਨਗੇ ਜਿਨ੍ਹਾਂ ਨੇ ਕਿਹਾ ਵੀ ਫਾਈਲ ਆਈ ਸੀ ਤੇ ਜਿਨ੍ਹਾਂ ਨੇ ਕਿਹਾ ਫਾਈਲ ਨਹੀਂ ਆਈ। ਪਰ ਮੇਰੀ ਜਾਣਕਾਰੀ 'ਚ ਤੇ ਇਹੋ ਜਿਹੀ ਕੋਈ ਗੱਲ ਨਹੀਂ। ਚੱਡਾ ਸਾਹਿਬ ਨੇ ਕੋਈ ਦਫ਼ਤਰ ਬਣਾਇਆ? ਮੀਡੀਆ ਦੀ ਚਰਚਾ ਜ਼ਰੂਰ ਹੈ, ਮੀਡੀਆ 'ਚ ਚਰਚਾ ਹਰ ਤਰ੍ਹਾਂ ਦੀ ਹੁੰਦੀ ਹੈ। ਠੀਕ ਹੈ, ਠੀਕ ਹੈ। ਚੱਡਾ ਸਾਹਿਬ ਨੇ ਕੋਈ ਦਫ਼ਤਰ ਬਣਾਇਆ ਹੋਇਆ ਚੰਡੀਗੜ੍ਹ 'ਚ? ਨਹੀਂ, ਦੇਖੋ ਇੱਕ ਗੱਲ ਇਹ ਚੰਗਾ ਸਵਾਲ ਹੈ। ਰਾਘਵ ਚੱਡਾ ਜੀ ਪੰਜਾਬ 'ਚੋਂ ਰਾਜ ਸਭਾ ਦੇ ਮੈਂਬਰ ਹੈ, ਮੈਂਬਰ ਪਾਰਲੀਮੈਂਟ। ਲੇਕਿਨ ਰਾਜ ਸਭਾ ਦੇ ਮੈਂਬਰ ਬਣਨ ਤੋਂ ਪਹਿਲਾਂ ਰਾਘਵ ਚੱਡਾ ਜੀ ਦਾ ਪੰਜਾਬ 'ਚ ਪਾਰਟੀ ਦਾ ਜਥੇਬੰਦਕ ਢਾਂਚੇ ਦੀ ਗੱਲ ਹੋਵੇ, ਪੰਜਾਬ 'ਚ ਸਰਕਾਰ ਬਣਾਉਣ ਤੱਕ ਦਾ ਜਿਹੜਾ ਸਫ਼ਰ ਹੈ, ਉਹਦੇ 'ਚ ਬਹੁਤ ਅਹਿਮ ਰੋਲ ਹੈ। ਚਾਹੇ ਉਹ ਡਾਕਟਰ ਸੰਦੀਪ ਪਾਠਕ ਹੋਣ, ਰਾਘਵ ਚੱਡਾ ਜੀ ਹੋਣ, ਜਰਨੈਲ ਸਿੰਘ ਹੋਣ, ਇਹਨਾਂ ਲੋਕਾਂ ਦਾ ਇੱਕ ਬੜਾ ਵੱਡਾ ਰੋਲ ਹੈ। ਰਾਘਵ ਚੱਡਾ ਜੀ ਨੇ ਕਈ ਸਾਲ ਪੰਜਾਬ 'ਚ ਰਹਿ ਕੇ ਉਹ ਇੱਕ ਮੂਵਮੈਂਟ ਤਿਆਰ ਕੀਤੀ, ਮਾਨ ਸਾਹਿਬ ਦੇ ਨਾਲ ਮਿਲ ਕੇ ਲੋਕਾਂ 'ਚ ਇੱਕ ਅਵੇਅਰਨੈਸ ਤਿਆਰ ਕੀਤੀ। ਆਮ ਆਦਮੀ ਪਾਰਟੀ ਦਾ ਜਿਹੜਾ ਏਜੰਡਾ ਆ ਅਰਵਿੰਦ ਕੇਜਰੀਵਾਲ ਜੀ ਦਾ, ਉਹ ਘਰ ਘਰ ਤੱਕ ਲੈ ਕੇ ਗਏ ਆ। ਤਾਂ ਉਹਨਾਂ ਨੂੰ ਬੇਗਾਨਾ ਸਮਝਣਾ, ਮੈਨੂੰ ਲੱਗਦਾ ਇਹ ਅਸੀਂ ਸਿਰੇ ਤੋਂ ਖਾਰਿਜ ਕਰਦੇ ਹਾਂ। ਐਜ ਏ ਮੈਂਬਰ ਪਾਰਲੀਮੈਂਟ ਰਾਜ ਸਭਾ 'ਚ ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਸਾਲ 'ਚ ਪੰਜਾਬ ਦੇ ਉਹ ਅਹਿਮ ਮੁੱਦੇ, ਚਾਹੇ ਉਹ ਪੰਜਾਬੀ ਭਾਸ਼ਾ ਦੀ ਗੱਲ ਹੋਵੇ, ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਪੰਜਾਬ ਦੇ ਚੰਡੀਗੜ੍ਹ ਦੀ ਗੱਲ ਹੋਵੇ, ਪੰਜਾਬ ਦੇ ਕਈ ਸਾਲਾਂ ਤੋਂ ਰੁਕੇ ਫੰਡਾਂ ਦੀ ਗੱਲ ਹੋਵੇ, ਪੰਜਾਬ ਦੇ ਐਗਰੀਕਲਚਰ ਵਾਸਤੇ ਮਦਦ ਦੀ ਗੱਲ ਹੋਵੇ, ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੋਵੇ, ਬਾਰਡਰ ਏਰੀਏ ਦੇ ਕਿਸਾਨਾਂ ਦੀ ਗੱਲ ਹੋਵੇ, ਇਸ ਵਾਰ ਰਾਜ ਸਭਾ 'ਚ ਦੇਖਿਆ ਪੰਜਾਬ ਦੇ ਕਿਸੇ ਰਾਜ ਸਭਾ ਨੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਰੱਖੀ ਹੈ, ਜੋ ਰਾਘਵ ਜੀ ਨੇ ਰੱਖੀ ਹੈ। ਸੋ ਐਜ ਏ ਰਾਜ ਸਭਾ ਮੈਂਬਰ ਪੰਜਾਬ ਨੂੰ ਰਿਪਰੈਜ਼ੈਂਟੇਸ਼ਨ ਕਰਦੇ ਆ, ਪੰਜਾਬ ਨੂੰ ਰੀਪ੍ਰੈਜ਼ੈਂਟ ਕਰਦੇ ਆ, ਤਾਂ ਸੁਭਾਵਿਕ ਤੌਰ ਤੇ ਉਹਤੇ ਕੋਈ ਕਿੰਤੂ ਪਰੰਤੂ ਕਿਸੇ ਨੂੰ ਹੋਣੀ ਨਹੀਂ ਚਾਹੀਦੀ। ਮੈਨੂੰ ਪੱਕੇ ਸੂਤਰਾਂ ਤੋਂ ਇੱਕ ਖਬਰ ਮਿਲੀ ਹੈ ਜੀ ਕਿ ਕੁਝ ਮੰਤਰੀਆਂ ਨੂੰ ਜਦੋਂ ਕਿਸੇ IAS ਅਫਸਰ ਦੀ ਜ਼ਰੂਰਤ ਪੈਂਦੀ ਹੈ ਕਿ ਮੈਨੂੰ IAS ਅਫਸਰ ਚਾਹੀਦਾ, ਔਰ ਉਹਨਾਂ ਨੂੰ ਜੇ ਅਟੈਚ ਕਰਨਾ ਹੋਵੇ IAS ਅਫਸਰ ਨੂੰ ਕਿਸੇ ਮੰਤਰੀ ਦੇ ਨਾਲ, ਤਾਂ ਉਹਦੀ ਫਾਈਲ ਇੱਕ ਵਾਰ ਰਾਘਵ ਚੱਡਾ ਕੋਲ ਜਾਂਦੀ ਹੈ। ਨਹੀਂ, ਮੈਨੂੰ ਨਹੀਂ ਲੱਗਦਾ, ਇਹ ਤੇ ਕੋਰੀ ਅਫਵਾਹ ਆ। ਇਹ ਹੋ ਸਕਦਾ ਹੈ ਮੁੱਖ ਮੰਤਰੀ ਜੀ ਕੋਈ ਫੈਸਲਾ, ਕਿਉਂਕਿ ਇਹ ਪ੍ਰੋਰੋਗੇਟਿਵ ਮੁੱਖ ਮੰਤਰੀ ਜੀ ਦਾ ਹੈ, ਮੰਤਰੀ ਕਿਹਨੂੰ ਬਣਾਉਣਾ ਨਹੀਂ ਬਣਾਉਣਾ, ਔਰ ਕੈਬਨਿਟ 'ਚ ਕਿਹੜੇ ਲੋਕ ਨਹੀਂ, ਮੰਤਰੀ ਨਹੀਂ, ਮੰਤਰੀ ਨੂੰ ਜੇ IAS ਦੇਣਾ ਤਾਂ ਨਹੀਂ, ਮੈਨੂੰ ਨਹੀਂ ਲੱਗਦਾ ਇਹ ਕੋਰੀ ਅਫਵਾਹ, ਇਹਦੇ 'ਚ ਤੇ ਕੋਈ ਸੱਚਾਈ ਨਹੀਂ। ਠੀਕ ਹੈ ਜੀ, ਪੱਕਾ ਪਤਾ ਹੈ ਜੀ ਜੀ। ਅੱਛਾ, ਮੇਰੇ ਸੂਤਰ ਜਿਹੜੇ ਆ ਵੈਸੇ ਕੱਚੇ ਨਹੀਂ ਹੁੰਦੇ। ਨਹੀਂ, ਮੈਂ ਤੁਹਾਨੂੰ ਦੱਸਦਾ ਨਾ, ਕਈ ਵਾਰ ਮਤਲਬ ਦਿਲ ਦਾ ਤਾੜ ਬਣਾ ਦਿੱਤਾ ਜਾਂਦਾ ਹੈ, ਲੇਕਿਨ ਇਹ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਇਹੋ ਜਿਹੀ ਕੋਈ ਸੱਚਾਈ ਹੈ ਵਾਲੀ ਗੱਲ। ਕੋਈ ਇਸ ਤਰ੍ਹਾਂ ਦੀ ਸਰਕਾਰ ਸੋਚ ਰਹੀ ਹੈ ਕਿ ਅਸੀਂ ਜਿਹੜੇ IAS ਆਫੀਸਰ ਨੇ ਜਾਂ ਜਿਹੜੇ ਵੱਡੇ ਜਿਹੜੇ IPS ਆਫੀਸਰ ਨੇ, ਇਹਨਾਂ ਦੀ ਜਾਇਦਾਦ ਦੀ ਸਕਰੀਨਿੰਗ ਕਰਨ ਲਈ ਕਿ ਪਿਛਲੇ ਕੁਝ ਸਾਲਾਂ 'ਚ ਕਿੰਨੀ ਜਾਇਦਾਦ ਬਣਾਈ ਹੈ, ਕੋਈ ਇਸ ਤਰ੍ਹਾਂ ਦੀ ਕੋਈ ਚਰਚਾ ਚੱਲ ਰਹੀ ਸਰਕਾਰ ਦੇ ਵਿੱਚ? ਦੇਖੋ, ਆਮ ਆਦਮੀ ਪਾਰਟੀ ਦਾ ਇਹ ਮੰਨਣਾ ਹੈ ਕਿ ਹਰੇਕ ਉਹ ਇਨਸਾਨ, ਚਾਹੇ ਉਹ ਪਬਲਿਕ ਲਾਈਫ 'ਚ ਹੈ, ਜਿਹੜਾ ਉਹਦਾ ਪੂਰਾ ਇੱਕ ਕਿਰਦਾਰ ਟਰਾਂਸਪੈਰੈਂਟ ਹੋਣਾ ਚਾਹੀਦਾ, ਚਾਹੇ ਉਹ ਪੋਲੀਟੀਸ਼ੀਅਨ ਹੈ, ਚਾਹੇ ਬਿਊਰੋਕਰੇਟ ਹੈ, ਈਵਨ ਚਾਹੇ ਆਨਰੇਬਲ ਜੁਡੀਸ਼ਰੀ ਵੀ ਹੈ। ਅਸੀਂ ਤੇ ਇਹਦੇ ਹੀ ਮੰਨਣੇ, ਟਰਾਂਸਪੈਰੈਂਸੀ ਹੋਣੀ ਚਾਹੀਦੀ ਹੈ, ਜਵਾਬਦੇਹੀ ਹੋਣੀ ਚਾਹੀਦੀ ਹੈ, ਅਕਾਊਂਟੇਬਿਲਿਟੀ ਫਿਕਸ ਹੋਣੀ ਚਾਹੀਦੀ ਹੈ। ਸੋ ਔਰ ਇਹ ਅਸੀਂ ਕਰਕੇ ਦਿਖਾਇਆ, ਅਰਵਿੰਦ ਜੀ ਦੀ ਅਗਵਾਈ ਦਿੱਲੀ 'ਚ ਕਰਕੇ ਦਿਖਾਇਆ, ਪੰਜਾਬ 'ਚ ਵੀ ਲਗਾਤਾਰ। ਔਰ ਤੁਹਾਨੂੰ ਜਾਣ ਕੇ ਮਤਲਬ ਹੈਰਾਨੀ ਹੋਵੇ ਜਾਂ ਖੁਸ਼ੀ ਹੋਵੇ, ਭਗਵੰਤ ਸਿੰਘ ਮਾਨ ਸਾਹਿਬ ਦੀ ਪੋਲੀਟਿਕਸ 'ਚ ਆਉਣ ਤੋਂ ਬਾਅਦ ਜਾਇਦਾਦ ਘਟੀ ਆ, ਵਧੀ ਨਹੀਂ ਆ। 2014 ਤੋਂ ਜਦੋਂ ਤੋਂ ਮੈਂਬਰ ਪਾਰਲੀਮੈਂਟ ਬਣੇ ਆ 2 ਵਾਰ, ਔਰ ਕਦੇ ਇਲਜ਼ਾਮ ਨਹੀਂ ਲਾ ਸਕਦਾ, ਔਰ ਘਟੀ ਆ। ਬਿਲਕੁਲ ਠੀਕ ਹੈ। ਸੋ ਉਹਦਾ ਕਾਰਨ ਮੈਂ ਇਹੀ ਕਹਿ ਰਿਹਾ, ਜਿਹੜੀ ਆਮ ਆਦਮੀ ਪਾਰਟੀ ਦਾ ਨਜ਼ਰੀਆ ਉਹ ਆ ਵੀ ਟਰਾਂਸਪੈਰੈਂਟ ਸਿਸਟਮ ਹੋਣਾ ਚਾਹੀਦਾ ਹੈ, ਔਰ ਚੈੱਕ ਐਂਡ ਬੈਲੈਂਸ ਵੀ ਹੋਣਾ ਚਾਹੀਦਾ। ਸੋ ਡੈਫੀਨੇਟਲੀ ਜਿਸ ਤਰੀਕੇ ਨਾਲ ਸਰਕਾਰ ਕੰਮ ਕਰ ਰਹੀ ਹੈ, ਇਹਨਾਂ ਨੂੰ ਤੇ ਆਉਣ ਵਾਲੇ ਟਾਈਮ 'ਚ ਆਪ ਹੀ ਵੈਬਸਾਈਟ ਤੇ ਰੱਖਣਾ ਪੈਣਾ, ਨਹੀਂ ਤੇ ਫਿਰ ਲੈਣੇ ਦੇ ਦੇਣੇ ਤੇ ਪੈ। ਕੀ ਬਾਤ ਹੈ, ਇਹ ਅੱਛੀ ਗੱਲ ਜੇ ਹੋ ਜਾਏ ਇਸ ਤਰ੍ਹਾਂ ਤਾਂ। ਠੀਕ ਹੈ ਤੁਹਾਡੀ ਗੱਲ। ਔਰ ਮੈਨੂੰ ਭਗਵੰਤ ਮਾਨ ਹੋਣਾ ਬਾਰੇ ਕੋਈ ਇਸ ਤਰ੍ਹਾਂ ਦਾ, ਦੇਖੋ ਮੈਂ ਉਹਨਾਂ ਨੂੰ ਉਸ ਤਰ੍ਹਾਂ ਦੀ ਲਾਈਫ 'ਚ ਦੇਖਿਆ ਹੈ, ਫਕਰ ਲਾਈਫ 'ਚ ਦੇਖਿਆ ਜੀ ਜੀ, ਤੇ ਹਾਲੇ ਵੀ ਮੈਨੂੰ ਕਦੇ ਲੱਗਿਆ ਨਹੀਂ ਕਿ ਉਹਨਾਂ ਨੇ ਕਦੇ ਜਾਇਦਾਦ ਬਣਾਉਣ ਦੀ ਉਸ ਤਰ੍ਹਾਂ ਦਾ, ਉਹਨਾਂ ਦੀ ਬਾਡੀ ਲੈਂਗੁਏਜ ਹੀ ਹੈ ਨਹੀਂ।
ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਫੁੱਲ ਫਲੈਜ ਮੁੱਖ ਮੰਤਰੀ ਉਹਦਾ ਕਾਰਨ ਹੈ ਨਾ ਹਾਂ। ਜੀ, ਮਾਨ ਸਾਹਿਬ ਮਿਸ਼ਨ ਤੇ ਹੈ, ਕਮਿਸ਼ਨ ਤੇ ਨਹੀਂ ਹੈ। ਕੀ ਬਾਤ ਹੈ। ਮਾਨ ਸਾਹਿਬ ਫੁੱਲ ਫਲੈਜ ਮੁੱਖ ਮੰਤਰੀ ਕਦੋਂ ਬਣਨਗੇ? ਨਹੀਂ, ਮਾਨ ਸਾਹਿਬ ਫੁੱਲ ਫਲੈਜ ਮੁੱਖ ਮੰਤਰੀ ਔਰ ਫੁੱਲ ਫਲੈਜ ਜਿਹੜਾ ਸਟੇਟ ਹੈ ਪੰਜਾਬ ਵਰਗੇ ਅਹਿਮ ਸੂਬੇ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਇਤਿਹਾਸ ਮੈਨੂੰ ਲੱਗਦਾ ਸਭ ਤੋਂ ਵੱਧ ਬਹੁਮਤ ਨਾਲ ਚੁਣੀ ਹੋਈ ਸਰਕਾਰ ਦੇ ਉਹ ਮੁੱਖ ਮੰਤਰੀ। ਕੇਜਰੀਵਾਲ ਸਾਹਿਬ ਦਾ ਪਰਛਾਵਾਂ ਉਹਨਾਂ ਦੇ ਗ੍ਰਾਫ ਨੂੰ ਡਾਊਨ ਕਰ ਰਿਹਾ। ਕੇਜਰੀਵਾਲ ਸਾਹਿਬ ਸਾਡੇ ਨੈਸ਼ਨਲ ਸੁਪਰੀਮੋ ਆ ਔਰ ਟਾਈਮ ਟੂ ਟਾਈਮ ਅਸੀਂ ਉਹਨਾਂ ਤੋਂ ਗਾਈਡੈਂਸ ਵੀ ਲੈਂਦੇ ਆ, ਉਹਨਾਂ ਤੋਂ ਸਲਾਹ ਵੀ ਲੈਂਦੇ ਆ ਔਰ ਉਹਨਾਂ ਦੀ ਡਾਇਰੈਕਸ਼ਨ ਵੀ ਲੈਂਦੇ ਆ। ਔਰ ਇਹਦੇ ਸਾਨੂੰ ਬੜਾ ਪ੍ਰਾਊਡ ਹੈ ਕਿ ਕੇਜਰੀਵਾਲ ਸਾਹਿਬ ਜਿਹੜੇ IIT ਦੇ ਪਾਸ ਆਊਟ ਹੈ, ਜਿਹੜੇ ਰੈਵਨਿਊ ਦੇ ਵੱਡੇ IRS ਅਫਸਰ ਰਹੇ ਆ, ਜਿਹੜੇ 3 ਵਾਰ ਦਿੱਲੀ ਦੇ ਲੋਕਾਂ ਦੇ ਚੁਣੇ ਹੋਏ ਮੁੱਖ ਮੰਤਰੀ ਹੈ, ਤੇ ਉਹ ਮੈਨੂੰ ਲੱਗਦਾ ਅਗਰ ਸਾਨੂੰ ਗਾਈਡ ਕਰਨਗੇ ਆਮ ਆਦਮੀ ਪਾਰਟੀ ਨੂੰ, ਤੇ ਇਸ ਤੋਂ ਵਧੀਆ ਅਗਵਾਈ ਕਿਹੜੀ ਹੋ ਸਕਦੀ ਹੈ। ਨੈਸ਼ਨਲ ਪਾਰਟੀ ਬਣ ਗਈ ਹੈ, ਇਹ ਅੱਛੀ ਗੱਲ ਹੈ ਤੁਹਾਡੇ ਲਈ, ਠੀਕ ਹੈ, ਬਿਲਕੁਲ ਖੁਸ਼ੀ ਦੀ ਗੱਲ ਹੈ। ਲੇਕਿਨ ਇਹਦੇ ਕੁਝ ਨੁਕਸਾਨ ਵੀ ਤੁਹਾਨੂੰ ਸਹਿਣੇ ਪਏ ਆ। ਮਿਸਾਲ ਦੇ ਤੌਰ ਤੇ ਪੰਜਾਬ ਦੀ ਜਿਹੜੀ ਤੁਹਾਡੀ ਇੱਕ ਪਕੜ ਜਿਹੜੀ ਬਣੀ ਹੋਈ ਸੀ, ਉਹ ਜਦੋਂ ਤੁਸੀਂ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਲਈ ਗਏ, ਖਾਸ ਕਰਕੇ ਭਗਵੰਤ ਮਾਨ ਸਾਹਿਬ ਲੰਬਾ ਸਮਾਂ ਰਹੇ ਉੱਥੇ, ਪਾਰਟੀ ਲਈ ਕੰਮ ਕਰਨਾ ਸੀ, ਕੋਈ ਗੱਲ ਨਹੀਂ। ਹਿਮਾਚਲ ਨੇ ਕਾਫੀ ਨੁਕਸਾਨ ਕੀਤਾ ਆ, ਪਾਰਟੀ ਦੇ ਗ੍ਰਾਫ ਨੂੰ ਡੈਮੇਜ ਕੀਤਾ ਹਿਮਾਚਲ ਨੇ, ਕਿਉਂਕਿ ਉੱਥੇ ਤੁਹਾਡਾ ਬਹੁਤ ਜ਼ਿਆਦਾ ਕੋਈ ਗੱਲ ਬਣੀ ਨਹੀਂ ਹਿਮਾਚਲ ਦੇ ਵਿੱਚ। ਗੁਜਰਾਤ ਦੇ ਵਿੱਚ ਜਿਹੜਾ ਹੈ, ਠੀਕ ਹੈ, ਤੁਸੀਂ ਇੱਕ ਨੈਸ਼ਨਲ ਪਾਰਟੀ ਬਣ ਗਏ, ਲੇਕਿਨ ਉਹਦੇ ਨਾਲ ਜਿਹੜਾ ਪੰਜਾਬ ਆ ਉਹ ਥੋੜ੍ਹਾ ਜਿਹਾ ਤੁਹਾਡੀਆਂ ਸੇਵਾਵਾਂ ਤੋਂ ਪਛੜਿਆ ਇਸ ਤਰ੍ਹਾਂ। ਮਿਸਾਲ ਦੇ ਤੌਰ ਤੇ ਕਿ ਤੁਸੀਂ ਕੁਝ ਨੀਤੀਆਂ ਬਣਾਉਣੀਆਂ ਸੀ, ਜਿਹਦੇ ਵਿੱਚ ਸ਼ਰਾਬ ਨੀਤੀ ਹੈ, ਮਾਈਨਿੰਗ ਦੀ ਨੀਤੀ ਸੀਗੀ, ਔਰ ਇਸ ਤਰ੍ਹਾਂ ਕੁਝ ਹੋਰ ਵੀ ਪਲੈਨਿੰਗ ਕਰਨੀ ਸੀ ਜਿੱਥੋਂ ਪੈਸਾ ਆਉਣਾ ਸੀ ਖਜ਼ਾਨੇ 'ਚ। ਕੀ ਕਾਰਨ ਹੈ ਕਿ ਹੁਣ ਤੱਕ ਤੁਸੀਂ, ਕਿਉਂਕਿ ਸ਼ਰਾਬ ਦੇ ਵਿੱਚ ਜਿਹੜਾ ਤੁਹਾਨੂੰ ਮੇਰਾ ਖਿਆਲ ਹੈ ਵੀ ਤੁਸੀਂ ਸੁਪਨਾ ਵੇਖਿਆ ਹੋਇਆ ਸੀ ਕਮ ਸੇ ਕਮ 15,000 ਕਰੋੜ ਤੋਂ ਉੱਪਰ ਦਾ, 20,000 ਕਰੋੜ ਦਾ ਸ਼ਾਇਦ ਕੋਈ ਮਿਥਿਆ ਸੀ, ਉਹ ਪਿੱਛੇ ਜੇ ਤੁਹਾਨੂੰ ਜਿਹੜਾ ਤੁਸੀਂ ਬਗੈਰ ਪਾਲਿਸੀ ਦੇ ਮੈਨੂੰ ਲੱਗਦਾ ਕਿ 8,500 ਕਰੋੜ ਰੁਪਈਆ ਤੁਹਾਨੂੰ ਉੱਥੋਂ ਹਾਲੇ ਤੱਕ ਆਇਆ ਹੈ ਸ਼ਰਾਬ ਤੋਂ। ਤਾਂ ਇਹ ਨੀਤੀ ਬਣਾਉਣ ਦੇ ਵਿੱਚ ਇੰਨਾ ਸਮਾਂ 1 ਸਾਲ ਕਿਉਂ ਲੱਗ ਗਿਆ ਤੁਹਾਨੂੰ? ਪਹਿਲੀ ਗੱਲ, ਤੁਹਾਡੀ ਜਾਣਕਾਰੀ ਅਧੂਰੀ ਹੈ। ਪਿਛਲੇ ਸਾਲ ਤੱਕ ਮਤਲਬ 2022 ਤੱਕ ਜਿਹੜਾ ਐਕਸਾਈਜ਼ ਜਿਹੜਾ ਰੈਵਨਿਊ ਸੀ ਉਹ ਤਕਰੀਬਨ 6 ਤੋਂ ਲੈ ਕੇ 7,000 ਕਰੋੜ ਤੱਕ ਦਾ ਸੀ, ਜਿਹੜਾ ਅਨੁਮਾਨਿਤ ਅਸੀਂ 9400 ਕਰੋੜ ਤੱਕ ਲੈ ਕੇ ਜਾਣ ਦਾ ਟੀਚਾ ਰੱਖਿਆ ਹੈ ਮਾਰਚ ਤੱਕ। ਔਰ ਆਲਮੋਸਟ ਅਸੀਂ ਮੈਂ 6 ਮਹੀਨਿਆਂ ਦੀ ਗੱਲ ਕਰ ਰਿਹਾ ਸੀ। ਨਹੀਂ, ਮੈਂ ਤੇ ਤੁਹਾਨੂੰ ਪੂਰੇ ਫਾਈਨੈਂਸ਼ੀਅਲ ਈਅਰ ਦੀ ਗੱਲ ਕਰ ਜੀ ਜੀ ਜੀ। ਔਰ ਇਹਦੇ 'ਚ ਅਸੀਂ ਕਾਫੀ ਹੱਦ ਤੱਕ ਉਹਦੇ ਨੇੜੇ ਤੇੜੇ ਪਹੁੰਚ ਗਏ ਹਾਂ। ਬਾਕੀ ਬਜਟ ਸੈਸ਼ਨ ਸ਼ੁਰੂ ਹੋ ਗਿਆ, ਬਜਟ 'ਚ ਆ ਜਾਣੀ ਗੱਲ। ਦੂਜੀ ਗੱਲ, ਗੁਜਰਾਤ 'ਚ ਜਾਣ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ। ਅੱਜ ਪਿਛਲੇ 10 ਸਾਲਾਂ 'ਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ 2 ਸੂਬਿਆਂ 'ਚ ਸਰਕਾਰ ਬਣਾ ਲਈ ਹੈ। ਗੁਜਰਾਤ 'ਚ 13% ਜਿਹੜਾ ਮੋਦੀ ਸਾਹਿਬ ਦਾ ਗੜ੍ਹ ਹੈ, 13% ਪਹਿਲੀ ਵਾਰ ਇਲੈਕਸ਼ਨ ਲੜ ਕੇ ਵੋਟਾਂ ਲਿਜਾਣੀਆਂ ਔਰ 5 MLA ਜਿਤਾਉਣੇ। ਗੋਆ ਵਰਗੀਆਂ ਸਟੇਟਾਂ 'ਚ MLA, ਦਿੱਲੀ 'ਚ ਕਾਰਪੋਰੇਸ਼ਨ ਅਸੀਂ ਬਣਾ ਲਈ ਮੈਜੋਰਿਟੀ ਨਾਲ। ਬੇਸ਼ੱਕ ਭਾਜਪਾ ਨੇ 3 ਮਹੀਨੇ ਲੇਟ ਕਰਾਤੀ, ਗੁੰਡਾਗਰਦੀ ਕੀਤੀ, ਬਣ ਨਹੀਂ ਦਿੱਤਾ ਮੇਅਰ, ਅਲਟੀਮੇਟਲੀ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਉਹ ਹੋਇਆ। ਅੱਜ ਦੇਸ਼ 'ਚ ਇਸ ਗੱਲ ਦੀ ਚਰਚਾ ਛਿੜ ਗਈ ਆ ਕਿ ਜਿਸ ਤਰੀਕੇ ਨਾਲ ਮੋਦੀ ਸਾਹਿਬ ਔਰ ਉਹਨਾਂ ਦੀ ਅਗਵਾਈ 'ਚ ਭਾਜਪਾ ਤਾਨਾਸ਼ਾਹੀ ਵੱਲ ਦੇਸ਼ ਨੂੰ ਵਧਾ ਰਹੀ ਹੈ, ਜਿਸ ਤਰੀਕੇ ਨਾਲ ਰਾਜਨੀਤਿਕ ਤਰੀਕੇ ਨਾਲ ਇੰਸਟੀਟਿਊਸ਼ਨਸ ਦਾ ਰਾਜਨੀਤੀਕਰਨ ਹੋ ਰਿਹਾ ਹੈ, ਪੋਲੀਟੀਕਲ ਇੰਟਰਫੇਰੈਂਸ ਵੱਧ ਰਹੀ ਹੈ, ਸਾਡੀਆਂ ਸੰਸਥਾਵਾਂ ਦੀ ਕ੍ਰੈਡੀਬਿਲਿਟੀ 'ਚ ਗਿਰਾਵਟ ਆ ਰਹੀ ਹੈ। ਮੋਦੀ ਸਾਹਿਬ ਦਾ ਪ੍ਰੋ ਕਾਰਪੋਰੇਟ ਵਾਲਾ ਮਾਡਲ ਮੋਨੋਪਲੀ ਬਣਾ ਰਿਹਾ ਹੈ, ਉੱਥੇ ਇੱਕ ਆਵਾਜ਼ ਬੁਲੰਦ ਹੋ ਰਹੀ ਆ, ਉਹ ਆਮ ਆਦਮੀ ਪਾਰਟੀ ਦੀ ਅਰਵਿੰਦ ਜੀ ਦੀ ਅਗਵਾਈ 'ਚ ਹੋ ਰਹੀ ਹੈ। ਚਾਹੇ ਉਹ ਅਡਾਨੀ ਦੇ ਖਿਲਾਫ ਪਾਰਲੀਮੈਂਟ 'ਚ ਸੰਜੇ ਸਿੰਘ ਵੱਲੋਂ ਔਰ ਬਾਕੀ ਰਾਜ ਸਭਾ ਦੇ ਮੈਂਬਰਾਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਣਾ ਹੈ, ਚਾਹੇ ਦਿੱਲੀ 'ਚ ਕਾਰਪੋਰੇਸ਼ਨ ਇਲੈਕਸ਼ਨਾਂ 'ਚ ਜਿੱਤਣ ਤੋਂ ਬਾਅਦ ਚਾਹੇ ਸਾਨੂੰ ਸੁਪਰੀਮ ਕੋਰਟ ਤੱਕ ਜਾਣਾ ਪਿਆ। ਅੱਜ ਦੇਸ਼ 'ਚ ਇਸ ਗੱਲ ਦੀ ਚਰਚਾ ਹੈ ਵੀ 75 ਸਾਲ ਬਾਅਦ ਜੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਔਰ ਸਸਤੀ ਐਜੂਕੇਸ਼ਨ, ਅੱਛੀ ਔਰ ਸਸਤੀ ਦੇਣੀ ਜੇ ਪਿਛਲੀਆਂ ਸਰਕਾਰਾਂ ਨਹੀਂ ਕਰ ਪਾਈਆਂ ਤਾਂ ਅਰਵਿੰਦ ਜੀ ਨੇ ਕਰਕੇ ਦਿਖਾਇਆ। ਔਰ ਬਜ਼ੁਰਗਾਂ ਨੂੰ ਚੰਗੀ ਦਵਾਈ ਔਰ ਸਸਤੀ ਦਵਾਈ ਔਰ ਫ੍ਰੀ ਦਵਾਈ, ਸਿਹਤ ਔਰ ਐਜੂਕੇਸ਼ਨ ਦਾ ਜਿਹੜਾ ਕੰਮ ਅਰਵਿੰਦ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਕੀਤਾ ਔਰ ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ ਸ਼ੁਰੂ ਹੋਇਆ, ਉਹ ਸਾਰਾ ਦੇਸ਼ ਉਹਦੀ ਡਿਮਾਂਡ ਕਰ ਰਿਹਾ ਔਰ ਆਮ ਆਦਮੀ ਪਾਰਟੀ ਦਾ ਕਾਫਲਾ ਵੱਧ ਰਿਹਾ ਹੈ, ਕਮੀ ਨਹੀਂ ਆਈ ਨਾ। ਪੰਜਾਬ 'ਚ ਤੇ ਪੰਜਾਬ ਦੇ ਲੋਕਾਂ ਨੇ ਤੇ ਸਾਨੂੰ ਦੱਸਤਾ ਵੀ ਅਸੀਂ ਤੁਹਾਡੇ ਨਾਲ ਹੈ, ਅਸੀਂ ਹੁਣ ਕੰਮ ਕਰਾਂਗੇ,
ਲੋਕਾਂ 'ਚ ਫਿਰ ਜਾਵਾਂਗੇ, 24 'ਚ ਵੀ ਜਾਵਾਂਗੇ, 27 'ਚ ਵੀ ਜਾਵਾਂਗੇ। ਲੇਕਿਨ ਇਸ ਟਾਈਮ ਦੇਸ਼ ਭਰ 'ਚ ਡਿਮਾਂਡ ਅਰਵਿੰਦ ਜੀ ਦੀ ਵੱਧ ਰਹੀ ਹੈ, ਆਮ ਆਦਮੀ ਪਾਰਟੀ ਵੱਧ ਰਹੀ। ਉਹਦਾ ਇੱਕੋ ਹੀ ਕਾਰਨ ਹੈ ਕਿ ਇੱਕ ਤੇ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਦੀ ਮਨੋਪਲੀ ਰਾਜਨੀਤੀ ਤੋਂ ਟੁੱਟੀ ਹੈ, ਉਹ ਨੈਕਸਸ ਟੁੱਟਿਆ। ਦੂਜਾ ਪ੍ਰੋ ਕਾਰਪੋਰੇਟ ਪੋਲਿਟਿਕਸ ਨੂੰ ਚੈਲੰਜ ਅਰਵਿੰਦ ਜੀ ਨੇ ਕੀਤਾ। ਤੀਸਰਾ ਆਮ ਬੰਦੇ ਦੇ ਲੋਕਾਂ ਨਾਲ ਜੁੜਿਆ, ਚਾਹੇ ਬਿਜਲੀ ਹੈ, ਦਵਾਈ ਹੈ, ਐਜੂਕੇਸ਼ਨ ਹੈ, ਇੰਪਲੋਇਮੈਂਟ ਹੈ। ਇਹ ਮੁੱਦੇ ਅੱਜ ਰਾਜਨੀਤੀ ਦੀ ਸੈਂਟਰ ਸਟੇਜ ਤੇ ਆਏ ਆ ਬਿਕੋਜ਼ ਆਫ ਅਰਵਿੰਦ ਕੇਜਰੀਵਾਲ। ਤੁਸੀਂ ਨਹੀਂ ਮੰਨਦੇ ਕਿ ਗ੍ਰਾਫ ਘਟਿਆ ਤੁਹਾਡਾ ਪੰਜਾਬ 'ਚ? ਮੈਂ ਤਾਂ ਕਹਿੰਦਾ ਗ੍ਰਾਫ ਵਧਿਆ। ਤੇ ਜੇ ਨਾ ਘਟਿਆ ਹੁੰਦਾ ਤੇ ਸੰਗਰੂਰ ਤੁਸੀਂ ਕਿਵੇਂ ਲੂਜ਼ ਕਰ ਜਾਂਦੇ? ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦਾ ਉਹ ਨਹੀਂ, ਪੰਜਾਬ 'ਚ ਤੇ ਫਿਰ ਸੰਗਰੂਰ ਤੇ ਇਲੈਕਸ਼ਨ ਤੋਂ 3 ਮਹੀਨੇ ਬਾਅਦ ਹੀ ਹਾਰ ਗਏ ਸੀ। ਉਹ ਇੰਨੀ ਜਲਦੀ ਵੀ ਤੇ ਮੈਨੂੰ ਨਹੀਂ ਲੱਗਦਾ। ਉਹਦੇ ਕਈ ਹੋਰ ਕਾਰਨ ਸੀ। ਉਹਦੇ ਕਾਰਨ ਇਹ ਸੀ, ਇੱਕ ਤੇ ਉਸ ਸਮੇਂ 'ਚ ਸਿੱਧੂ ਮੂਸਾਵਾਲਾ ਸਾਹਿਬ ਦੀ ਜਿਹੜੀ ਮੌਤ ਹੋਈ ਆ ਦਰਦਨਾਕ, ਕਿਤੇ ਨਾ ਕਿਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਮਾਰਿਆ ਗਿਆ ਆ, ਸਰਕਾਰ ਦੇ ਪ੍ਰਤੀ ਲੋਕਾਂ ਦਾ ਇੱਕ ਰੋਸ ਸੀਗਾ, ਨੋ ਡਾਊਟ। ਬੇਸ਼ੱਕ ਅਸੀਂ ਹੁਣ ਉਹ ਬੰਦੇ ਸਾਰੇ ਫੜ ਲਏ, ਇਨਕਾਊਂਟਰ ਵੀ ਕੀਤੇ, ਫੜ ਵੀ ਲਏ, ਲੇਕਿਨ ਉਦੋਂ ਐਂ ਲੱਗਦਾ ਸੀ ਵੀ ਸਰਕਾਰ ਕੁਝ ਕਰ ਨਹੀਂ ਰਹੀ। ਦੂਜਾ, ਉਹ ਝੋਨੇ ਦੇ ਸੀਜ਼ਨ ਵਾਲਾ ਵੀ ਰੋਲ ਰਿਹਾ। ਤੀਜਾ, ਕਿਤੇ ਨਾ ਕਿਤੇ ਸਾਡੇ ਵਰਕਰ ਸਾਹਿਬਾਨ ਉਸ ਟਾਈਮ ਥੋੜੇ ਜਿਹੇ ਨਿਰਾਸ਼ਾ ਸੀਗੇ, ਜਿਹੜਾ ਕੈਡਰ ਸੀ, ਜਿਹੜੀ ਸਿੱਧੀ ਜੀ ਗੱਲ ਹੈ। ਚੌਥੀ, ਕਾਂਗਰਸ ਔਰ ਅਕਾਲੀ ਦਲ ਦਾ ਜਿਹੜਾ ਬੁਨਿਆਦੀ ਵੋਟ ਸੀ, ਉਹ ਸਾਰਾ ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਨੂੰ ਟਰਾਂਸਫਰ ਹੋਇਆ। ਸੋ ਇਹੋ ਜਿਹੇ ਕਈ ਕਾਰਨਾਂ ਕਰਕੇ ਅਸੀਂ ਆ ਰਹੇ ਹਾਂ। ਮੈਨੂੰ ਲੱਗਦਾ ਉਸ ਤੋਂ ਬਾਅਦ ਪਾਰਟੀ ਨੇ ਪੂਰਾ ਉਸ ਚੀਜ਼ ਨੂੰ ਕੰਸੀਡਰ ਕੀਤਾ। ਫਿਰ ਕੀ ਕਰੋਗੇ? ਹਾਂਜੀ, ਜੇ ਜਲੰਧਰ ਵਿੱਚ ਵੀ ਉਹੀ ਨਤੀਜੇ ਹੋਏ? ਫਿਰ ਜਲੰਧਰ 'ਚ ਆਮ ਆਦਮੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਅਸੀਂ ਪੂਰੀ ਮੈਜੋਰਿਟੀ ਨਾਲ ਜਿੱਤਾਂਗੇ। ਠੀਕ ਹੈ, ਵੱਡੇ ਬਹੁਮਤ ਨਾਲ ਜਿੱਤਾਂਗੇ। ਉਹਦਾ ਕਾਰਨ ਹੈ, ਇੱਕ ਤੇ ਜਿਸ ਤਰੀਕੇ ਨਾਲ ਮਾਨ ਸਾਹਿਬ ਨੇ ਟਰਾਂਸਪੇਰੈਂਸੀ ਲਿਆਂਦੀ ਹੈ, ਕਰਪਸ਼ਨ ਨੂੰ ਲਗਾਮ ਲਾਈ ਹੈ, ਨੌਕਰੀਆਂ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਤਰੀਕੇ ਨਾਲ ਐਸਸੀ ਬੱਚਿਆਂ ਦੀਆਂ ਸਕਾਲਰਸ਼ਿਪਾਂ ਖਾਣ ਵਾਲੇ ਮੰਤਰੀਆਂ ਨੂੰ ਅੰਦਰ ਫੜ ਕੇ ਕੀਤਾ ਹੈ, ਜਿਸ ਤਰੀਕੇ ਨਾਲ ਸਰਕਾਰ ਸੱਤਾ 'ਚ ਰਹਿੰਦੇ ਹੋਏ ਸਰਕਾਰੀ ਔਰ ਪੰਚਾਇਤੀ ਜ਼ਮੀਨਾਂ ਨੂੰ ਦੱਬਣ ਦਾ ਜਿਹੜਾ ਸਿਲਸਿਲਾ ਸੀ ਉਹ ਤੋੜਿਆ। ਔਰ ਜਿਹੜੇ ਚਾਹੇ ਉਹ ਬਰਗਾੜੀ ਔਰ ਬਹਿਬਲ ਕਲਾਂ ਵਾਲੇ, ਖਾਸ ਕਰ ਕੋਟਕਪੂਰੇ ਗੋਲੀ ਕਾਂਡ 'ਚ ਚਲਾਨ ਪੇਸ਼ ਕਰਕੇ ਜਿਹੜੇ ਮੇਨ ਅਕਿਊਜ਼ ਦੇ ਤੌਰ ਤੇ ਜਿਹੜੀ ਸੱਚਾਈ ਕੋਰਟ ਦੇ ਸਾਹਮਣੇ ਰੱਖੀ ਆ, ਸੱਚਾਈ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ, ਲੇਕਿਨ ਲੋਕਾਂ ਨੂੰ ਉਮੀਦ ਹੋ ਗਈ ਵੀ 7 ਸਾਲ ਸਿਰਫ ਰਾਜਨੀਤੀ ਹੋਈ ਹੈ। ਮਾਨ ਸਾਹਿਬ ਦੀ ਸਰਕਾਰ ਨੇ ਬਹੁਤ ਜ਼ਿੰਮੇਵਾਰੀ ਨਾਲ, ਹਿੰਮਤ ਤੇ ਸਰਕਾਰ ਦੀ ਹੋਣੀ ਚਾਹੀਦੀ ਆ, ਜ਼ਿੰਮੇਵਾਰੀ ਨਾਲ ਜਿਸ ਤਰੀਕੇ ਨਾਲ ਪ੍ਰਾਈਮ ਅਕਿਊਜ਼ ਉੱਥੇ ਮਾਣਯੋਗ ਅਦਾਲਤ 'ਚ ਰੱਖੀ ਹੈ, ਲੋਕਾਂ ਨੂੰ ਇਹ ਉਮੀਦ ਬੱਝੀ ਆ ਕਿ ਫ੍ਰੀ ਬਿਜਲੀ ਵਾਲਾ ਮਸਲਾ ਬਹੁਤ, ਹਰੇਕ ਘਰ ਦਾ 4 ਤੋਂ 5 ਹਜ਼ਾਰ ਆਮ ਘਰ ਦਾ ਜਿਹੜਾ ਇੱਕ ਇਕਨੋਮਿਕ ਫਾਇਦਾ ਹੋਇਆ ਫਾਈਨੈਂਸ਼ਲੀ, ਲੋਕਾਂ ਨੂੰ ਲੱਗਦਾ ਹੈ ਵੀ ਇਹ ਸਾਡੇ ਵਾਸਤੇ ਸਰਕਾਰ ਬਣੀ, ਸਾਡੀ ਸੁਣਵਾਈ ਹੋ ਰਹੀ ਹੈ। ਸੋ ਇਸ ਕਰਕੇ ਜਲੰਧਰ ਅਸੀਂ ਵੱਡੇ ਮਾਰਜਨ ਨਾਲ ਜਿੱਤਾਂਗੇ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਸ਼ਰਾਬ ਨੀਤੀ ਦੀ ਹਾਲੇ ਗੱਲ ਕਰਨੀ ਚਾਹੁੰਦਾ, ਪਰ ਬਾਅਦ 'ਚ ਮੈਂ ਕਰ ਦੂੰ। ਤੁਸੀਂ ਅਮਨ ਕਾਨੂੰਨ ਦੀ ਤੁਸੀਂ ਗੱਲ ਛੇੜੀ ਹੈ। ਜੀ ਜੀ, ਅਮਨ ਕਾਨੂੰਨ ਦੀ ਕਾਫੀ ਹਾਲਤ ਨੂੰ ਲੈ ਕੇ ਵਿਰੋਧੀ ਧਿਰਾਂ ਰੌਲਾ ਪਾ ਰਹੀਆਂ ਕਿ ਬਹੁਤ ਮਾੜੀ ਅਮਨ ਕਾਨੂੰਨ ਦੀ ਸਥਿਤੀ ਹੈ। ਤੁਸੀਂ ਇਹ ਸਮਝਦੇ ਨਹੀਂ ਕਿ ਥੋੜ੍ਹਾ ਬਹੁਤ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਆਉਣ ਤੋਂ ਬਾਅਦ ਤੁਹਾਨੂੰ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਚੈਲੰਜ ਪੇਸ਼ ਆਏ ਆ? ਮੈਨੂੰ ਲੱਗਦਾ ਜਿਹੜੇ ਲੋਕ ਕਾਨੂੰਨ ਨੂੰ ਆਪਣੇ ਹੱਥ 'ਚ ਲੈ ਕੇ ਤੇ ਲੁੱਟ-ਸੁੱਟ ਕਰਕੇ, ਕ੍ਰਾਈਮ ਕਰਕੇ ਭੱਜ ਜਾਂਦੇ ਸੀ, ਹੁਣ ਉਹਨਾਂ ਦੇ ਫੜੋ ਫੜਾਈ ਸ਼ੁਰੂ ਹੋ ਗਈ, ਐਕਸ਼ਨ ਹੋ ਰਿਹਾ। ਚਾਹੇ ਕੋਈ ਵੀ, ਜਿੰਨੇ ਵੀ ਇਨਸੀਡੈਂਟ ਵੱਡੇ ਵੱਡੇ ਤੁਸੀਂ ਨਾਲ ਦੀ ਨਾਲ ਉਹਦੇ ਪ੍ਰਾਈਮ ਅਕਿਊਜ਼ਡ ਫੜੇ ਆ। ਦੇਖੋ, ਇੱਕ ਗੱਲ ਬੜੀ ਮਦਨ ਜੀ ਮੈਂ ਵੀ ਮੰਨਦਾ ਹਾਂ ਵੀ ਪੰਜਾਬ 'ਚ ਜਿਸ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਨੂੰ ਪੈਟਰੋਨਾਈਜ਼ ਕੀਤਾ ਹੈ, ਪੁਸਤ ਬਣਾਈ ਰਹੀ ਹੈ, ਉਹਦੀ ਰਾਜਨੀਤਿਕ ਪੁਸਤ ਬਣਾਈ ਸੀ, ਉਹਦੇ ਕਰਕੇ ਇਹ ਨਹੀਂ ਹੈਗਾ ਵੀ ਰਾਤੋਂ ਰਾਤ ਹੀ ਉਹ ਸਾਰਾ ਖਤਮ ਹੋ ਜਾਣਾ। ਲੇਕਿਨ ਇੱਕ ਗੱਲ ਪੱਕੀ ਹੈ, ਤੁਸੀਂ ਵੀ ਮੰਨੋਗੇ, ਮੌਜੂਦਾ ਕੈਬਨਿਟ ਦਾ ਕੋਈ ਮੰਤਰੀ ਜਾਂ ਮੁੱਖ ਮੰਤਰੀ ਜੀ, ਕਿਸੇ ਬੰਦੇ ਨਾਲ ਤੁਸੀਂ ਨਾ ਤੇ ਰੇਤ ਮਾਫੀਆ ਨਾਲ ਨਾ ਜੋੜ ਸਕਦੇ ਹੋ, ਨਾ ਤੁਸੀਂ ਕਿਸੇ ਕ੍ਰਿਮੀਨਲ ਨਾਲ ਜੋੜ ਸਕਦੇ ਹੋ, ਨਾ ਤੁਸੀਂ ਇਹ ਕਹਿ ਸਕਦੇ ਹਾਂ ਇਹ ਇਹਨਾਂ ਨੂੰ ਬਚਾ ਰਹੇ ਹੋਣਗੇ। ਬਿਲਕੁਲ ਨਹੀਂ, ਪੁਲਿਸ ਇੰਡੀਪੈਂਡੈਂਟਲੀ ਕੰਮ ਕਰ ਰਹੀ। ਮੈਂ ਮੇਰੀ ਬੇਨਤੀ ਸੁਣੋ, ਇਸ ਕਰਕੇ ਨੋ ਡਾਊਟ ਕੁਝ ਮਿਸ ਹੈਪਨਿੰਗਾਂ ਹੋਈਆਂ, ਲੇਕਿਨ 3 ਕਰੋੜ ਦੀ ਪਾਪੂਲੇਸ਼ਨ ਵਾਲਾ ਸੂਬੇ 'ਚ ਹੁੰਦੀਆਂ, ਲੇਕਿਨ ਸਰਕਾਰ ਨੇ, ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲਿਆ, ਅਕਿਊਜ਼ ਫੜੇ ਆ। ਹਾਂ, ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਹਜੇ ਇਹਦੀ ਹੋਰ ਨਕੇਲ ਕੱਸੂਗੀ, ਸਰਕਾਰ ਲੱਗੀ ਹੋਈ ਆ, ਲੇਕਿਨ ਇਹਦਾ ਪ੍ਰੋਪੇਗੈਂਡਾ ਜ਼ਿਆਦਾ ਹੋ ਰਿਹਾ। ਵਿਰੋਧੀਆਂ ਕੋਲ ਹੋਰ ਕੋਈ ਸਵਾਲ ਨਹੀਂ। ਜੇ ਪ੍ਰੋਪੇਗੈਂਡਾ ਜ਼ਿਆਦਾ ਹੋ ਰਿਹਾ ਤਾਂ ਤੁਹਾਨੂੰ ਫਿਰ ਅਰਧ ਸੈਨਿਕ ਬਲਾਂ ਦੀ ਕਿਉਂ ਲੋੜ ਪਈ? ਜਿਹੜਾ ਅਰਧ ਸੈਨਿਕ ਬਲ, ਇਹ ਰੂਟੀਨ ਦੀ ਪ੍ਰਕਿਰਿਆ ਆ। ਹਰ ਸਾਲ ਹੋਲੇ ਮਹੱਲੇ ਦਾ ਜਿਹੜਾ ਵੱਡਾ ਸਾਡਾ ਇਤਿਹਾਸਿਕ ਦਿਹਾੜਾ, ਨਾਲ ਨਾਲ ਇੱਕ G20 ਦੀ ਸਮਿਟ ਹੋ ਰਹੀ ਹੈ ਪੰਜਾਬ 'ਚ। ਉਹ ਸਮਿਟ ਜਦੋਂ ਵੀ ਇਹੋ ਜਿਹੇ ਕੋਈ ਇੰਟਰਨੈਸ਼ਨਲ ਈਵੈਂਟ ਹੁੰਦੇ ਆ, ਤੇ ਸੁਭਾਵਿਕ ਤੌਰ ਤੇ ਆ, ਇਹ ਕੋਈ ਪਹਿਲੀ, ਇਹ ਨਵੀਂ ਰਿਵਾਇਤ ਨਹੀਂ ਹੈ। ਜਾਣਬੁੱਝ ਕੇ ਇਸ ਕਰਕੇ ਮੈਂ ਤੁਹਾਨੂੰ ਸਵਾਲ ਕੀਤਾ, ਮੈਂ ਬਹੁਤ ਕਲੀਅਰ ਕਰ ਦਿਆਂ ਕਿ ਬਿਲਕੁਲ ਮੈਂ ਆਪਣੇ ਨੋਟਿੰਗ ਦੇ ਵਿੱਚ ਵੀ ਇਹ ਲਿਆ ਹੋਇਆ
ਕਿ ਹੋਲਾ ਮਹੱਲਾ ਤੇ ਜਿਹੜੇ G20 ਸੰਮੇਲਨ ਜਿਹੜਾ ਹੋਣਾ ਜਿਹਦੇ ਵਿੱਚ ਇੰਟਰਨੈਸ਼ਨਲ ਹਸਤੀਆਂ ਆਉਣੀਆਂ ਪੰਜਾਬ ਦੇ ਵਿੱਚ ਆ ਰਹੇ ਆ, ਤਾਂ ਉਹਦੇ ਸਨਮੁਖ ਇਹ ਜ਼ਰੂਰਤ ਸੀ ਇਸ ਗੱਲ ਦੀ, ਇਸ ਕਰਕੇ ਸ਼ਾਇਦ ਸਰਕਾਰ ਨੇ ਫੈਸਲਾ ਕੀਤਾ। ਇਹ ਬਿਲਕੁਲ ਮੈਂ ਚਾਹੁੰਦਾ ਸੀ ਕਿ ਦਰਸ਼ਕਾਂ ਤੱਕ ਇਹ ਗੱਲ ਜਾਵੇ, ਜਿਹੜੀ ਕਿ ਲਗਾਤਾਰ ਮੈਂ ਮੇਰੇ ਆਪਣੇ ਪ੍ਰੋਗਰਾਮਾਂ 'ਚ ਮੈਂ ਉਠਾ ਵੀ ਰਿਹਾ ਸੀ, ਪਰ ਤੁਹਾਡਾ ਕੋਈ ਬੁਲਾਰਾ ਉਸ ਤਰ੍ਹਾਂ ਇਸ ਗੱਲ ਨੂੰ ਲੋਕਾਂ ਨੂੰ ਦੱਸ ਨਹੀਂ ਸੀ ਰਿਹਾ। ਨਹੀਂ, ਇਹਦੇ 'ਚ ਕਾਰਨ ਹੈ, ਅੱਜ ਵੀ ਮਾਨ ਸਾਹਿਬ ਨੇ ਇੱਕ ਟਵੀਟ ਕੀਤਾ ਹੈ, ਔਰ ਉਹ ਟਵੀਟ ਦੀ ਇੰਟੈਂਸ਼ਨ ਸਮਝਣੀ ਪੈਣੀ ਆ। ਤੁਸੀਂ ਤੇ ਸਾਰੇ ਸਿਆਣੇ ਲੋਕ ਹੋ, ਤੁਸੀਂ ਸਮਝਦੇ ਆ। ਐਕਚੁਅਲ 'ਚ ਮਾਨ ਸਾਹਿਬ ਨੂੰ ਨਾ ਤੇ ਕੋਈ ਹੁਣ ਇਹ ਕਹਿ ਸਕਦਾ ਵੀ ਇਹ ਕਰਪਟ ਹੈ, ਨਾ ਇਹ ਕਹਿ ਸਕਦਾ ਵੀ ਇਹ ਪਰਿਵਾਰ ਨੂੰ ਵਧਾ ਰਿਹਾ, ਨਾ ਇਹਨੂੰ ਇਹ ਕਹਿ ਸਕਦਾ ਵੀ ਇਹ ਬੱਸਾਂ ਪਾ ਰਿਹਾ, ਨਾ ਰੇਤ ਦੀ ਕੋਈ ਖੱਡ ਕਿਸੇ ਮੰਤਰੀ ਨੂੰ ਲੈਣ ਦੇ ਰਿਹਾ ਜਾਂ ਲੈਣ ਲਈ ਆ ਕਿਸੇ ਨੇ ਨਹੀਂ ਲਈ। ਪੂਰਾ ਉਹ ਤੇ ਓਪਨਲੀ ਕਹਿ ਦਿੰਦੇ ਆ। ਈਵਨ ਜਿਹੜੇ ਵੱਡੇ ਵੱਡੇ ਮਸਲੇ ਸੀ, ਕੋਟਕਪੂਰਾ ਗੋਲੀकांड ਵਰਗੇ, ਜਿੱਥੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ, ਉਹ ਮਸਲਿਆਂ ਨੂੰ ਹੱਲ ਕਰਨ ਵਾਲੇ ਪਾਸੇ ਸਰਕਾਰ ਲੱਗੀ ਆ। ਔਰ ਜਿਸ ਤਰੀਕੇ ਨਾਲ 86 ਤੋਂ ਬਾਅਦ ਜਿਹੜਾ ਨਕੋਦਰ ਕਾਂਡ ਦੇ ਲੋਕਾਂ ਨੂੰ ਸ਼ਹੀਦ ਦਾ ਦਰਜਾ ਪੰਜਾਬ ਸਰਕਾਰ ਨੇ ਦਿੱਤਾ, ਕਿਸੇ ਨੇ ਤੇ ਸੋਚਿਆ ਹੀ ਨਹੀਂ ਸੀ। ਪਰ ਇਹਦੇ 'ਚ ਵੀ ਤੁਹਾਨੂੰ ਇੱਕ ਬੜੀ ਵੱਡੀ ਅੜਚਨ ਪੈਦਾ ਹੋਈ। ਮੇਰੀ ਬੇਨਤੀ ਸੁਣੋ, ਮੈਂ ਇਹਨੂੰ ਕੰਪਲੀਟ ਕਰਨਾ। ਇਸ ਕਰਕੇ ਹੁਣ ਜਿਹੜੀ ਪੂਰਾ ਵਿਰੋਧੀ ਧੜਾ ਆ, ਉਹਦਾ ਪੂਰਾ ਜ਼ੋਰ ਲੱਗਿਆ। ਕਦੀ ਉਹ ਗਵਰਨਰ ਦੇ ਪਾਲੇ 'ਚ ਖੜ ਜਾਂਦੇ। ਦੇਖੋ, ਕਾਂਗਰਸ ਦੀਆਂ ਸਰਕਾਰਾਂ ਗਵਰਨਰ ਨੇ ਤੋੜੀਆਂ ਇੱਕ ਇੱਕ ਕਰਕੇ। ਗੋਆ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਇਹ ਔਨ ਰਿਕਾਰਡ ਗੱਲਾਂ। ਫਿਰ ਵੀ ਕਾਂਗਰਸ, ਬਾਜਵਾ ਸਾਹਿਬ ਗਵਰਨਰ ਦਾ ਪੱਖ ਪੂਰ ਰਿਹਾ, ਸੁਖਵੀਰ ਸਿੰਘ ਬਾਦਲ ਸਾਹਿਬ ਗਵਰਨਰ ਦਾ ਪੱਖ ਪੂਰ ਰਿਹਾ। ਜਿਹੜੇ ਫੈਡਰਲ ਢਾਂਚੇ ਦੀਆਂ ਗੱਲਾਂ ਕਰਨ ਵਾਲਾ ਅਕਾਲੀ ਦਲ, ਉਹ ਗਵਰਨਰ ਦੇ ਹੱਕ 'ਚ। ਸੋ ਇਹਨਾਂ ਲੋਕਾਂ ਕੋਲ ਇਸ ਟਾਈਮ ਕੋਈ ਮੁੱਦਾ ਨਹੀਂ ਆ। ਔਰ ਬਿਲਕੁਲ ਸਰਕਾਰ ਨੇ ਬਹੁਤ ਇਹ ਗੱਲ ਸੋਚ ਸਮਝ ਕੇ ਮਾਨ ਸਾਹਿਬ ਨੇ ਕਹੀ ਆ ਕਿ ਕਮਿਊਨਲ ਰੰਗ ਦੇ ਕੇ ਪੰਜਾਬ 'ਚ ਇੱਕ ਕਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰਨਾ ਚਾਹੁੰਦੇ ਆ, ਖਰਾਬ ਕਰਨਾ ਚਾਹੁੰਦੇ ਆ। ਉਹਦੇ ਲਈ ਡੈਫੀਨੇਟਲੀ ਅਸੀਂ ਸੰਜੀਦਗੀ ਨਾਲ ਲੈ ਰਹੇ ਹਾਂ, ਕੋਈ ਕਮੀ ਨਾ ਰਵੇ, ਕਿਉਂਕਿ ਬਾਰਡਰ ਸਟੇਟ ਵੀ ਆ ਔਰ ਐਡੀਸ਼ਨਲ ਫੋਰਸ ਦੀ ਜ਼ਰੂਰਤ ਰਹਿੰਦੀ ਹੈ। ਤੋ ਤੁਹਾਡੇ ਹੁਣ ਸਮੂਥ ਸੰਬੰਧ ਹੋ ਗਿਆ ਗਵਰਨਰ ਨਾਲ? ਦੇਖੋ, ਮੈਂ ਅੱਗੇ ਵੀ ਇਹ ਗੱਲ ਕਹੀ ਹੈ, ਚਲੋ ਤੁਹਾਡੇ ਚੈਨਲ ਤੇ ਮੈਨੂੰ ਅੱਜ ਮੌਕਾ ਮਿਲਿਆ, ਚਾਹੇ ਆਨਰੇਬਲ ਗਵਰਨਰ ਹੋਣ, ਚਾਹੇ ਮਾਨਯੋਗ ਮੁੱਖ ਮੰਤਰੀ ਜੀ ਹੋਣ, ਜਿਹੜਾ ਸਾਡਾ ਸੰਵਿਧਾਨ ਹੈ, ਬੋਥ ਆਰ ਅਕਾਊਂਟੇਬਲ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ। ਇਹਨਾਂ ਦੋਨਾਂ ਦੀ ਜਵਾਬਦੇਹੀ ਸੰਵਿਧਾਨ ਦੇ ਪ੍ਰਤੀ ਆ, ਕਿਸੇ ਇੰਡੀਵਿਜੂਅਲ ਦੇ ਪ੍ਰਤੀ ਨਹੀਂ। ਔਰ ਡੈਮੋਕ੍ਰੈਟਿਕ ਕੰਟਰੀ 'ਚ ਜਿਹੜੇ ਇਲੈਕਟਡ ਲੋਕ ਹੈ, ਰੀਅਲ ਸੈਂਸ ਇੰਪਾਵਰਮੈਂਟ ਉਹਨਾਂ ਕੋਲ ਹੈ। ਐਂਡ ਗਵਰਨਰ, ਸੰਵਿਧਾਨ ਸਿੱਧਾ ਸਿੱਧਾ ਲਿਖਿਆ, ਗਵਰਨਰ ਇਜ਼ ਏ ਮਿਨੀਮਮ ਹੈਡ ਆਫ ਦਾ ਸਟੇਟ ਐਂਡ ਹੀ ਵਿਲ ਐਕਟ ਔਨ ਦਾ ਏਡ ਐਂਡ ਐਡਵਾਈਸ ਕਾਊਂਸਲ ਆਫ ਮਿਨਿਸਟਰ। ਕਾਊਂਸਲ ਆਫ ਮਿਨਿਸਟਰ ਦਾ ਜਿਹੜਾ ਫੈਸਲਾ ਆ, ਉਹਨੂੰ ਮੰਨ ਕੇ ਹੀ ਗਵਰਨਰ ਨੇ ਕਰਨਾ। ਸੋ ਮੈਨੂੰ ਲੱਗਦਾ ਇੱਥੇ ਰਾਜਨੀਤਿਕ ਦਖਲਅੰਦਾਜ਼ੀ ਮੈਨੂੰ ਲੱਗਦਾ ਗਵਰਨਰ ਦੇ ਆਫਿਸ ਦੀ ਹੋਈ ਸੀ। ਚਲੋ ਉਹ ਜੇ ਖਤਮ ਹੋਈ ਆ, ਜੇ ਉਹਨਾਂ ਨੇ ਮਹਿਸੂਸ ਕੀਤਾ, ਲੇਕਿਨ ਆਨਰੇਬਲ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ। ਔਰ ਉਹਨਾਂ ਨੂੰ ਭਰੋਸਾ ਹੋਣਾ ਚਾਹੀਦਾ ਆਪਣੀ ਸਰਕਾਰ ਤੇ, ਮਾਨ ਸਾਹਿਬ ਦੀ ਅਗਵਾਈ 'ਚ ਇੱਕ ਸਾਫ਼ ਸੁਥਰੀ ਸਰਕਾਰ ਕੰਮ ਕਰ ਰਹੀ। ਕਾਂਗ ਸਾਹਿਬ, ਇੱਕ ਚੰਡੀਗੜ੍ਹ ਤੋਂ ਲੈ ਕੇ ਬਹੁਤ ਜ਼ਿਆਦਾ ਇੱਕ ਵੱਡਾ ਮਸਲਾ ਸਾਹਮਣੇ ਆਇਆ। ਪ੍ਰਸ਼ਾਸਕ ਦੇ ਸਲਾਹਕਾਰ ਨੇ ਸਿੱਧਾ ਮਹਿਕਮਿਆਂ ਨੂੰ ਕਹਿ ਦਿੱਤਾ ਹੈ ਕਿ ਜਿਹੜੇ ਤੁਸੀਂ ਡੈਪੂਟੇਸ਼ਨ ਤੇ ਲੈਂਦੇ ਹੋ ਹਰਿਆਣਾ ਜਾਂ ਪੰਜਾਬ ਦੇ ਵਿੱਚੋਂ ਮੁਲਾਜ਼ਮ, ਉਹ ਬੰਦ ਕਰ ਦਿਓ ਔਰ ਸਿੱਧੀ ਭਰਤੀ ਯੂਟੀ ਕੋਟੇ 'ਚ ਹੋਇਆ ਕਰੇਗੀ। ਜੀ, ਇਹ ਤੁਹਾਡੇ ਕੋਲ ਬੜਾ ਵੱਡਾ ਤੁਹਾਡੇ ਇੱਕ ਸੰਕਟ ਹੈ। ਬਿਲਕੁਲ, ਇਹ ਦੇਖੋ ਬੇਸਿਕਲੀ ਜਿਹੜੀ ਭਾਜਪਾ ਹੈ, ਇਹ ਹੁਣ ਇੰਦਰਾ ਗਾਂਧੀ ਦੇ ਨਕਸ਼ੇ ਕਦਮ ਤੇ ਕਾਂਗਰਸ ਦੇ ਚੱਲ ਰਹੀ ਹੈ। ਸਾਰੀ ਦੁਨੀਆ ਨੂੰ ਪਤਾ ਹੈ ਵੀ ਜਿਹੜਾ ਚੰਡੀਗੜ੍ਹ ਹੈ, ਉਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਦੇ ਰੂਪ 'ਚ ਵਸਾਇਆ ਸੀ। ਲੇਕਿਨ 1966 'ਚ ਕਾਂਗਰਸ ਨੇ ਧੱਕਾ ਕੀਤਾ। ਹੁਣ ਇਹ ਕੋਸ਼ਿਸ਼ ਕਰ ਰਿਹਾ ਗਾਹੇ ਬਗਾਹੇ ਪੰਜਾਬ ਦੇ ਅਧਿਕਾਰ ਨੂੰ ਘਟਾ ਰਿਹਾ। ਔਰ ਇਹਨਾਂ ਨੇ ਪਲੀ ਕੀ ਲਈ ਆ, ਆਪਾਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ, ਪਾਰਲੀਮੈਂਟ 'ਚ ਵੀ ਇਹਨਾਂ ਦੇ ਮਿਨਿਸਟਰ ਨੇ ਕਿਹਾ, ਹੋਮ ਮਿਨਿਸਟਰ ਸਟੇਟ ਨੇ, ਕਿ ਜਦੋਂ ਸਿਟਕੋ ਦਾ ਕੋਈ ਅਫਸਰ ਮੰਗਿਆ ਉਦੋਂ ਚੰਨੀ ਸਰਕਾਰ ਨੇ ਦਿੱਤਾ, ਜਦੋਂ BBMB ਦਾ ਮੰਗਿਆ। ਇਹ ਸਾਡੇ ਜਿਹੜੀਆਂ ਦੋਨੋਂ ਪਾਰਟੀਆਂ ਰੂਲਿੰਗ ਪਾਰਟੀਆਂ ਰਹੀਆਂ, ਅਕਾਲੀ ਦਲ ਬਾਦਲ ਸਾਹਿਬ ਦੀ ਪਾਰਟੀ ਔਰ ਕਾਂਗਰਸ, ਇਹ ਅਵੇਸਲੇ ਵੀ ਰਹੇ ਆ। ਉਹਦਾ ਖਾਮਿਆਜਾ ਪੰਜਾਬ ਭੁਗਤ ਰਿਹਾ ਅਤੇ ਫਾਇਦਾ ਲੈ ਰਿਹਾ ਸੈਂਟਰ। ਲੇਕਿਨ ਅਸੀਂ ਡਟ ਕੇ ਇਹਦਾ ਵਿਰੋਧ ਕਰਦੇ ਹਾਂ। ਅਸੀਂ ਚੰਡੀਗੜ੍ਹ ਤੇ ਪੰਜਾਬ ਦੇ ਅਧਿਕਾਰ ਨੂੰ ਖਤਮ ਨਹੀਂ ਹੋਣ ਦੇਵਾਂਗੇ। ਆਮ ਆਦਮੀ ਪਾਰਟੀ ਇਹਦਾ ਡਟ ਕੇ ਵਿਰੋਧ ਕਰੂਗੀ। ਇਹ ਜਿਹੜਾ ਵੀ ਰੈਜ਼ੋਲੂਸ਼ਨ ਆਇਆ ਜਾਂ ਇਹ ਅੱਜ ਆਇਆ, ਇਹ ਤੋਂ ਸਟੱਡੀ ਪੰਜਾਬ ਸਰਕਾਰ ਕਰ ਰਹੀ ਹੈ। ਔਰ ਡੈਫੀਨੇਟਲੀ ਆਉਣ ਵਾਲੇ ਟਾਈਮ 'ਚ ਮੁੱਖ ਮੰਤਰੀ ਜੀ ਕਿਸ ਤਰ੍ਹਾਂ ਇਹਦਾ ਮੁਕਾਬਲਾ ਕਰੋਗੇ? ਕਾਨੂੰਨੀ ਕਾਨੂੰਨ ਅਦਾਲਤ ਵਿੱਚ ਜਾਓਗੇ ਜਾਂ ਪ੍ਰੋਟੈਸਟ ਕਰੋਗੇ? ਨਹੀਂ ਕਰੋਗੇ। ਇੱਕ ਰਾਜਨੀਤਿਕ ਤੌਰ ਤੇ ਵੀ ਡਟ ਕੇ ਮੁਕਾਬਲਾ ਕਰਾਂਗੇ, ਕਾਨੂੰਨੀ ਤੌਰ ਤੇ ਵੀ ਕਰਾਂਗੇ। ਔਰ ਇਹਦੇ 'ਚ ਕੋਈ ਲੰਮੀ ਚੌੜੀ ਗੱਲ ਨਹੀਂ ਗਈ, ਕਿਉਂਕਿ ਪੰਜਾਬ ਦਾ
ਪਹਿਲਾ ਅਧਿਕਾਰ ਚੰਡੀਗੜ੍ਹ ਤੇ ਪੰਜਾਬ ਦਾ ਹੀ ਹੈ। ਅਲਟੀਮੇਟਲੀ ਹੁਣ ਸਮਾਂ ਆ ਗਿਆ ਪੰਜਾਬ ਨੂੰ ਉਹਦੀ ਰਾਜਧਾਨੀ ਵਾਪਸ ਦੇਣੀ ਚਾਹੀਦੀ, ਲੇਕਿਨ ਭਾਜਪਾ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਅੰਦੋਲਨ ਵਾਲਾ ਗੁੱਸਾ, ਇਹਦਾ ਇੱਕ ਤੁਸੀਂ ਸਮਝ ਲਓ ਗੱਲ ਨੂੰ, ਇਹ ਜਿਹੜਾ ਯੂਟੀ ਦਾ ਪ੍ਰਸ਼ਾਸਕ ਆ ਉਹ ਪੰਜਾਬ ਦਾ ਗਵਰਨਰ ਹੈ। ਜੀ ਜੀ, ਪੰਜਾਬ ਦੇ ਗਵਰਨਰ ਨਾਲ ਤੁਹਾਡੀ ਸਰਕਾਰ ਦੇ ਅੱਜ ਕੱਲ੍ਹ ਬਣ ਨਹੀਂ ਰਹੀ ਜੀ, ਔਰ ਇਹ ਉਹਦੀ ਕੜੀ ਵਜੋਂ ਇੱਕ ਗੱਲ ਸਾਹਮਣੇ ਨਵੀਂ ਸਮੱਸਿਆ ਕ੍ਰੀਏਟ ਕੀਤੀ ਜਾ ਰਹੀ ਹੈ। ਨਵੀਂ ਸਮੱਸਿਆ ਗਵਰਨਰ ਹਾਊਸ ਦੇ ਵਿੱਚੋਂ ਤੁਹਾਡੇ ਸਾਹਮਣੇ ਰੱਖੀ ਗਈ ਹੈ, ਔਰ ਇਹਨੂੰ ਕਿਉਂਕਿ ਜਿਹੜਾ ਤੁਹਾਡੇ ਕੋਲੇ ਕਾਨੂੰਨੀ ਅਧਿਕਾਰ ਆ 60-40 ਦੇ ਰੇਸ਼ੋ ਦਾ, ਇਹਨੂੰ ਤੁਸੀਂ ਨਿਆਇਕ ਹਾਂ, ਪਹਿਲੀ ਗੱਲ ਤੇ ਜਿਹੜਾ ਗਵਰਨਰ ਹੈ ਉਹਦੇ ਨਾਲ ਬਣਦੀ ਹੈ ਜਾਂ ਨਹੀਂ ਬਣਦੀ ਇਹਦੇ ਕੋਈ ਮੈਟਰ ਨਹੀਂ ਕਰਦਾ। ਉਹ ਰਿਸ਼ਤੇਦਾਰ ਹੈ ਕਿ ਨਹੀਂ ਰਿਸ਼ਤੇਦਾਰ, ਇਸ ਹਿਸਾਬ ਨਾਲ ਨਹੀਂ ਚੱਲਦੇ। ਸਰਕਾਰਾਂ ਤੇ ਸੰਵਿਧਾਨ ਦੇ ਹਿਸਾਬ ਨਾਲ ਚੱਲਦੀਆਂ। ਇਹ ਤੁਹਾਡੀ ਗੱਲ ਦਰੁਸਤ ਹੈ ਵੀ ਗਵਰਨਰ ਕਿਉਂਕਿ ਭਾਜਪਾ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਤੇ ਇਹ ਵਾਰ-ਵਾਰ ਸਾਨੂੰ ਪਰੇਸ਼ਾਨ ਇੰਟਰਫੇਅਰ ਕਰਕੇ ਭੰਬਲ ਭੂਸਾ ਪਾਉਣ ਦੀ ਖਿਲਾਫ ਸਰਕਾਰ ਜਿਹੜਾ ਸਮੂਥਲੀ ਵੱਧ ਰਹੀ ਹੈ ਗਵਰਨੈਂਸ ਵਾਲੇ ਪਾਸੇ, ਉਹਨੂੰ ਡਾਇਵਰਟ ਕੀਤਾ ਜਾਵੇ। ਇਹ ਨਵੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ ਜਾ ਰਹੀਆਂ ਗਵਰਨਰ ਦੁਆਰਾ, ਤਾਂ ਡੈਫੀਨਿਟਲੀ ਅਸੀਂ ਇਹਦਾ ਵਿਰੋਧ ਕਰਾਂਗੇ। ਪੰਜਾਬ ਸੰਵਿਧਾਨਿਕ ਤੌਰ ਦੇਖੋ, ਕਨਸਟੀਟਿਊਸ਼ਨਲੀ, ਹਿਸਟੋਰੀਕਲੀ, ਇਮੋਸ਼ਨਲੀ ਚੰਡੀਗੜ੍ਹ ਤੇ ਸਭ ਤੋਂ ਪਹਿਲਾ ਔਰ ਅਖੀਰਲਾ ਅਧਿਕਾਰ ਪੰਜਾਬ ਦਾ ਹੀ ਹੈ। ਕਿਵੇਂ ਤੁਸੀਂ ਦਾ ਸਾਹਮਣਾ ਕਰੋਗੇ? ਕਾਨੂੰਨੀ ਕਰੋਗੇ ਜਾਂ ਜਿਹੜਾ ਹੈ ਇਹਨੂੰ ਡਿਪਲੋਮੈਟਿਕ ਤਰੀਕੇ ਨਾਲ ਕਰੋਗੇ? ਨਹੀਂ, ਪਹਿਲੀ ਗੱਲ ਤੇ ਜਿਹੜਾ ਇਹ ਫੈਸਲਾ ਲਿਆ ਆ ਉਹ ਕਿਸ ਆਧਾਰ ਤੇ ਲਿਆ ਹੈ? ਜਦੋਂ ਆਲਰੇਡੀ ਰੀਆਰਗਨਾਈਜੇਸ਼ਨ ਐਕਟ ਹੈਗਾ ਹੈ, ਔਰ ਰੀਆਰਗਨਾਈਜੇਸ਼ਨ ਐਕਟ ਨੇ ਵੀ ਇਹ ਕਿਹਾ ਸੀ ਵੀ ਕੁਝ ਸਮੇਂ ਬਾਅਦ ਜਿਹੜਾ ਆ ਚੰਡੀਗੜ੍ਹ ਪੰਜਾਬ ਨੂੰ ਵਾਪਸ ਦਿੱਤਾ ਜਾਊਗਾ, ਔਰ ਚ ਪਾਰਲੀਮੈਂਟ ਦੇ ਰੈਜ਼ੋਲੂਸ਼ਨ ਵੀ ਪਾਏ ਹੋਏ ਆ, ਰਾਜੀਵ ਲੌਂਗੋਵਾਲ ਦੇ ਸਮਝੌਤੇ 'ਚ ਵੀ ਆ, ਯੂਨੈਨਿਮਸਲੀ ਪਾਰਲੀਮੈਂਟ ਨੇ ਵੀ ਪਾਇਆ। ਹਰਿਆਣਾ ਗੈਸਟ ਹੈ, ਉਹਦੀ ਕੋਈ ਸ਼ੱਕ ਡੈਫੀਨੇਟਲੀ ਇਹ ਤੇ ਸਿਰਫ ਇਸ ਕਰਕੇ ਕਿਉਂਕਿ ਨਾ ਤੇ ਇਧਰੋਂ ਕਿਸੇ ਨੇ ਇਨੀਸ਼ੀਏਟਿਵ ਲਿਆ। 26-27 ਸਾਲ ਕਾਂਗਰਸ ਦੀ ਸਰਕਾਰ ਸੂਬੇ 'ਚ ਵੀ ਰਹੀ ਆ, ਉੱਪਰ ਵੀ ਰਹੀ ਆ, ਬਾਦਲ ਸਾਹਿਬ ਨੇ ਸਰਕਾਰਾਂ ਸੈਂਟਰ 'ਚ ਵੀ ਢਾਈਆਂ ਕੋਆਲੀਸ਼ਨ 'ਚ ਭਾਜਪਾ ਨਾਲ, ਤੇ ਸੂਬੇ 'ਚ ਵੀ 28 ਸਾਲ ਰਹੀ ਉਹਨਾਂ ਦੀ ਸਰਕਾਰ। ਲੇਕਿਨ ਅਸੀਂ ਹੁਣ ਨਹੀਂ ਇਸ ਤਰ੍ਹਾਂ ਹੋਣ ਦੇਵਾਂਗੇ। ਰਾਜਨੀਤਿਕ ਤੌਰ ਤੇ ਵੀ, ਮੈਂ ਪਹਿਲਾਂ ਵੀ ਕਿਹਾ, ਕਾਨੂੰਨੀ ਤੌਰ ਤੇ ਵੀ ਕਿਸ ਆਧਾਰ ਤੇ ਉਹਨਾਂ ਨੇ ਇਹ ਫੈਸਲਾ ਲਿਆ, ਜ਼ਰੂਰ ਉਹ 'ਤੇ ਸਰਕਾਰ ਸਟੱਡੀ ਕਰ ਰਹੀ ਹੈ। ਸਿਟਕੋ ਤਾਂ ਆਪਣੇ ਹੱਥੋਂ ਨਿਕਲ ਚੁੱਕਿਆ ਹੈ, ਸਿਟਕੋ ਤੋਂ ਤੁਸੀਂ ਕੁਝ ਨਹੀਂ ਕਰ ਸਕਿਆ ਅਜੇ ਤੱਕ। ਨਹੀਂ, ਸਿਟਕੋ 'ਚ ਐਮਡੀ ਲਾਉਣ ਦੀ ਗੱਲ ਸੀ, ਉਹ 'ਚ ਪੰਜਾਬ, ਮੈਂ ਦੱਸਦਾ ਨਾ, ਇਹ ਚੰਨੀ ਸਰਕਾਰ ਦੇ ਟਾਈਮ ਦੀ ਗੱਲ ਹੈ। ਬਿਲਕੁਲ ਬਿਲਕੁਲ। ਔਰ ਉਹਨਾਂ ਨੇ ਇਹਨਾਂ ਕੋ ਅਫਸਰ ਮੰਗਿਆ, ਇਹਨਾਂ ਨੇ ਤਕਰੀਬਨ 2-3 ਸਾਲ ਤੱਕ ਅਫਸਰ ਨਹੀਂ ਦਿੱਤਾ ਸੀ ਪੰਜਾਬ ਸਰਕਾਰ ਨੇ, ਉਸ ਟਾਈਮ ਕਾਂਗਰਸ ਸਰਕਾਰ ਸੀ। ਉਹਦਾ ਫਾਇਦਾ ਉਹਨਾਂ ਨੇ ਲਿਆ। ਇੱਥੇ ਵੀ ਉਹ ਇਹੀ ਪਲੀ ਲੈ ਰਹੇ ਆ ਵੀ ਦੇਖੋ ਜੀ ਡੈਪੂਟੇਸ਼ਨ ਤੇ ਜਿਹੜੇ ਅਫਸਰ ਮੰਗਾਏ ਆ ਪੈਨਲ, ਲੇਕਿਨ ਮਾਨ ਸਾਹਿਬ ਨੇ ਤਾਂ ਬਹੁਤ ਮਹੀਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਜਿਹੜਾ ਸਾਨੂੰ ਨਾਲ ਭੇਜੋ, ਅਸੀਂ ਅਫਸਰ ਦੇਵਾਂਗੇ। ਮੈਨੂੰ ਲੱਗਦਾ ਹੈ ਵੀ ਇਸ ਤਰੀਕੇ ਨਾਲ ਅਸੀਂ ਪੰਜਾਬ ਨਾਲ ਧੱਕਾ ਨਹੀਂ ਹੋਣ ਦੇਵਾਂਗੇ। ਨਹੀਂ, ਜੇ ਧੱਕਾ ਹੋਊਗਾ ਤਾਂ ਕਿਉਂ ਹੋਊਗਾ? ਧੱਕਾ ਹੀ ਲੜਾਈ ਲੜਾਂਗੇ, ਅਸੀਂ ਲੋਕਾਂ ਨਾਲ ਵੀ ਲੜਾਂਗੇ, ਕਾਨੂੰਨੀ ਤੌਰ ਤੇ ਵੀ ਲੜਾਂਗੇ, ਰਾਜਨੀਤਿਕ ਤੌਰ ਤੇ ਵੀ ਲੜਾਂਗੇ, ਅਸੈਂਬਲੀ ਦੇ ਥਰੂ ਵੀ ਲੜਾਂਗੇ। ਦੇਸ਼ ਸੰਵਿਧਾਨ ਨਾਲ ਚੱਲਦਾ ਆ, ਇਹਨਾਂ ਮਨਮਰਜ਼ੀਆਂ ਨਾਲ ਨਹੀਂ ਚੱਲਣ ਦੇਊਗਾ। ਪੰਜਾਬੀ ਫਿਰ ਖੜੇ ਹੋਣ ਦਾ, ਪੰਜਾਬੀ ਸਬਕ ਸਿਖਾਉਣ ਦਾ ਤਰੀਕਾ ਵੀ ਜਾਣਦੇ ਆ। ਮੋਦੀ ਸਾਹਿਬ ਨੂੰ ਤੇ ਅਜੇ ਭੁੱਲਿਆ ਵੀ ਨਹੀਂ ਹੋਣਾ। ਇੱਕ ਆਪਾਂ ਨੀਤੀ ਦੀ ਗੱਲ ਕਰ ਰਹੇ ਸੀ, ਸ਼ਰਾਬ ਨੀਤੀ ਦੀ। ਮੈਂ ਤੁਹਾਨੂੰ ਕਿਹਾ ਸੀ ਅੱਗੇ ਜਾ ਕੇ ਗੱਲ ਕਰਦੇ ਹਾਂ ਕਿਉਂਕਿ ਬਹੁਤ ਇੰਪੋਰਟੈਂਟ ਹੈ ਇਸ਼ੂ। ਇਹਦੇ ਵਿੱਚ ਦਿੱਲੀ ਦੀ ਜਿਹੜੀ ਸ਼ਰਾਬ ਨੀਤੀ ਹੈ ਉਹਨੂੰ ਲੈ ਕੇ, ਹਾਲਾਂਕਿ ਸਟੇਟ ਮੈਟਰ ਸਾਰੇ ਜਾਣਦੇ ਇਹਦੇ ਵਿੱਚ ਕਿਸੇ ਦਾ ਦਖਲ ਨਹੀਂ ਹੋਣਾ ਚਾਹੀਦਾ। ਅਗਰ ਕੋਈ ਬੇਨੀਮੀਆਂ ਹੋਈਆਂ ਵੀ ਹੈ ਕਿਸੇ ਵੀ ਸਰਕਾਰ ਦੇ ਵਿੱਚ, ਚਾਹੇ ਤੁਹਾਡੀ ਸਰਕਾਰ ਹੋਵੇ ਚਾਹੇ ਜਿਹਦੀ ਵੀ ਹੈ, ਤਾਂ ਉਹਦਾ ਕੋਈ ਤਰੀਕਾ ਹੁੰਦਾ ਹੈ। ਇਹ ਨਹੀਂ ਕਿ ਤੁਸੀਂ ਪਹਿਲਾਂ ਚਾਰਜ ਸ਼ੀਟ ਦੇ ਵਿੱਚ ਕਿਸੇ ਦਾ ਨਾਂ ਨਹੀਂ ਲਿਖਿਆ ਤੇ ਉਸ ਤੋਂ ਬਾਅਦ ਤੁਸੀਂ ਇਲੈਕਸ਼ਨਾਂ ਤੋਂ ਵਿਹਲੇ ਹੋ ਗਏ ਤੇ ਫਿਰ ਤੁਸੀਂ ਜਿਹੜਾ ਹੈਗਾ ਘੇਰਾਬੰਦੀ ਸ਼ੁਰੂ ਕਰਤੀ ਤੇ ਅਰੈਸਟ ਕਰ ਲਿਆ। ਚਲੋ ਖੈਰ, ਇਹ ਹੋ ਜਾਏਗਾ ਕੱਲ ਨੂੰ ਸਾਫ਼ ਸਾਰਾ ਕੁਝ, ਇਹਦੇ 'ਚ ਕੁਛ ਹੋਇਆ ਕਿ ਨਹੀਂ ਹੋਇਆ। ਲੇਕਿਨ ਸਵਾਲ ਇਸ ਗੱਲ ਦਾ ਹੈ ਕਿ ਉਹਦਾ ਅਸਰ ਪੰਜਾਬ 'ਚ ਵੀ ਹੋਇਆ ਜੀ। ਪੰਜਾਬ ਦੇ ਅੰਦਰ ਤੁਸੀਂ ਸ਼ਰਾਬ ਨੀਤੀ ਨੂੰ ਸਿਰੇ ਚੜਾਉਂਦੇ ਫਿਰ ਇੱਕ ਵਾਰ ਬ੍ਰੇਕਾਂ ਲਾ ਲਈਆਂ ਕਿ ਸਾਡੇ ਉੱਪਰ ਇੱਥੇ ਵੀ ਇਸੇ ਤਰ੍ਹਾਂ ਦਾ ਕੋਈ ਗਲਬਾ ਪਾ ਸਕਦੇ ਆ। ਤਾਂ ਇਹਦੇ ਵਿੱਚ ਦੀਪ ਮਲਹੋਤਰਾ ਜਿਵੇਂ ਕਿ ਇੱਕ ਬਦਨਾਮ ਹੈ, ਸ਼ਰਾਬ ਮਾਫੀਆ ਦੇ ਤੌਰ ਤੇ ਜਾਣਿਆ ਜਾਂਦਾ ਹੈ, ਜਿਹੜਾ ਅਕਾਲੀ ਦਲ ਦੀ ਉਪਜ ਆ, ਉਹਦੇ ਨਾਲ ਤੁਹਾਡੀ ਰਿਸ਼ਤੇਦਾਰੀ ਕਿਵੇਂ ਬਣ ਗਈ? ਸਾਡੀ ਤਾਂ ਕੋਈ ਰਿਸ਼ਤੇਦਾਰੀ ਨਹੀਂ, ਅਸੀਂ ਤੇ ਉਹਦੀ ਹੁਣ ਫੈਕਟਰੀ ਬੰਦ ਕੀਤੀ ਹੈ ਜੀਰੇ ਵਾਲੀ। ਨਹੀਂ, ਪਰ ਦਿੱਲੀ ਦੇ ਵਿੱਚ ਸ਼ਰਾਬ ਜਿਹੜੀ, ਦੇਖੋ ਦਿੱਲੀ ਦੀ ਸ਼ਰਾਬ ਜਿਹੜੀ ਪਾਲਿਸੀ ਸੀ, ਜੇ ਉਹ ਇੰਪਲੀਮੈਂਟ ਹੋਣ ਦਿੰਦੇ ਤੇ ਉਹ 'ਚ 10,000 ਕਰੋੜ ਦਾ ਫਾਇਦਾ ਹੋਣਾ ਸੀ ਇਹਨਾਂ ਨੂੰ। ਲੇਕਿਨ ਉਸ ਤੋਂ ਵੀ ਵੱਡਾ ਸਵਾਲ ਤੇ ਮੇਰਾ ਇਹ ਆ ਭਾਜਪਾ ਨੂੰ, ਤੁਸੀਂ ਕਹਿੰਦੇ ਹੋ ਵੀ ਆਮ ਆਦਮੀ ਪਾਰਟੀ ਨੇ, ਮਨੀਸ਼ ਜੀ ਨੇ ਔਰ ਇਹਨਾਂ ਸਾਡੇ ਲੀਡਰਸ਼ਿਪ ਨੂੰ ਜਿਸ ਤਰੀਕੇ ਨਾਲ ਇਹਨਾਂ ਅੰਦਰ ਕੀਤਾ ਹੈ ਵੀ ਇਹਨਾਂ ਨੇ ਕੋਈ ਉਹ 'ਚੋਂ ਕਰਪਸ਼ਨ ਕੀਤੀ, ਈਵਨ ਇਹਨਾਂ ਨੇ ਕਿਹਾ 10,000 ਕਰੋੜ ਦੀ ਕਰਪਸ਼ਨ ਕੀਤੀ। ਲੇਕਿਨ ਜਿਹੜੀ ਪਾਲਿਸੀ ਬਣਾਈ ਸੀ ਅੱਜ ਤੋਂ ਤਕਰੀਬਨ ਸਾਲ ਹੋਣ ਜਾ ਰਿਹਾ,
ਉਹ ਪਾਲਿਸੀ ਅਪਰੂਵ ਕੀਤੀ ਸੀ ਲੈਫਟੀਨੈਂਟ ਗਵਰਨਰ ਨੇ, ਤੇ ਲੈਫਟੀਨੈਂਟ ਗਵਰਨਰ ਸਾਰਿਆਂ ਨੂੰ ਪਤਾ ਦਿੱਲੀ 'ਚ ਕਿਹਦਾ ਹੈ ਤੇ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੈ। ਉਹਦੇ ਰੋਜ਼ ਅੜੰਗਾ ਅੜਾਉਂਦਾ ਆਮ ਆਦਮੀ ਪਾਰਟੀ ਦੀ ਸਰਕਾਰ। ਮੇਰੀ ਬੇਨਤੀ ਸੁਣੋ ਨਾ, ਉਹ ਤੇ ਲੈਫਟੀਨੈਂਟ ਉਹ ਤੇ ਜਦੋਂ ਚੀਫ ਸੈਕਟਰੀ ਦਾ ਮਸਲਾ ਹੋਇਆ ਤੇ ਸਰਕਾਰ ਨੇ ਝੂਠੇ ਕੇਸ ਦਰਜ ਕਰ ਲਏ ਤੇ ਫਿਰ ਸਰਕਾਰ ਵਾਪਸ ਲੈਣੀ ਪਈ ਮਾਣਯੋਗ ਅਦਾਲਤ ਜਦੋਂ ਮੈਟਰ ਚਲੇ ਗਿਆ। ਲੇਕਿਨ ਮੈਂ ਦੱਸਦਾ, ਮਨੀਸ਼ ਜੀ ਦੇ ਘਰ ਇਹਨਾਂ ਨੇ ਤਲਾਸ਼ੀ ਲੈ ਲਈ, ਉਹਨਾਂ ਦੇ ਬੈਂਕ ਲੋਕਰ ਖੰਗਾਲ ਲਏ, ਉਹਨਾਂ ਦੇ ਬੈਂਕ ਅਕਾਊਂਟ ਖੰਗਾਲ ਲਏ, ਉਹਨਾਂ ਦੇ ਪਿੰਡ ਜਾ ਕੇ ਖੰਗਾਲ ਲਏ, ਕੁਛ ਨਹੀਂ ਮਿਲਿਆ। ਹੁਣ ਲੈ ਦੇ ਕੇ ਬਈ ਇੱਕ ਜਿਸ ਤਰ੍ਹਾਂ ਤੁਸੀਂ ਆਪ ਵੀ ਜ਼ਿਕਰ ਕੀਤਾ ਵੀ ਪਹਿਲਾਂ ਕੋਈ ਨਾਮ ਨਹੀਂ ਸੀ, ਬਾਅਦ 'ਚ ਨਾਮ ਪਾ ਲਏ। ਪੰਜਾਬ 'ਚ ਵੀ ਦੇਖੋ, ਇੱਕ ਤੇ ਪੰਜਾਬ 'ਚ ਜਿਹੜੀ ਕੁਛ ਪਰਿਵਾਰਾਂ ਦੀ ਮਨੋਪਲੀ ਸੀ ਸ਼ਰਾਬ ਦੀ, ਉਹ ਮਨੋਪਲੀ ਟੁੱਟੀ ਆ। ਸਾਰਿਆਂ ਨੂੰ ਪਤਾ ਵੀ ਸਿੰਡੀਕੇਟ ਕੌਣ ਸੀ ਤੇ 4-5 ਘਰਾਣੇ ਸੀ। ਆਲੇ ਬਾਲੇ ਸਾਰੇ ਪਿੰਡਾਂ ਦੀ ਜਿਸ ਆਲੇ ਦੁਆਲੇ ਜਿਹੜੀਆਂ ਸਟੇਟਾਂ 'ਚੋਂ ਸ਼ਰਾਬ ਸਮਗਲ ਹੁੰਦੀ ਸੀ, ਉਹ ਸਮਗਲਿੰਗ ਖਤਮ ਹੋਈ ਆ। ਪੰਜਾਬ ਦਾ ਰੈਵਨਿਊ ਵਧਿਆ, ਪੰਜਾਬ ਦੀ ਲੋਕਾਂ ਨੂੰ ਸ਼ਰਾਬ ਸਸਤੀ ਮਿਲੀ ਆ, ਪਿਛਲੀ ਵਾਰ ਨਾਲੋਂ ਸਸਤੀ ਕੀਤੀ ਆ, ਤਾਂ ਪੰਜਾਬ ਨੂੰ ਤਾਂ ਫਾਇਦਾ ਹੀ ਹੋਇਆ। ਰੈਵਨਿਊ ਕਲੈਕਸ਼ਨ ਵਧਿਆ, ਲੋਕਾਂ ਨੂੰ ਸਸਤੀ ਤੇ ਮੋਨੋਪੋਲੀ ਟੁੱਟੀ। ਸੋ ਇਹਦੇ ਤੇ ਬੜਾ ਸਪਸ਼ਟ ਹੈ ਵੀ ਉਹਨਾਂ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਹੜੇ ਕਈ ਸਾਲਾਂ ਤੋਂ ਸ਼ਰਾਬ ਦੇ ਪੂਰੇ ਕਾਰੋਬਾਰ ਤੇ ਕਬਜ਼ਾ ਕਰਕੇ ਬੈਠੇ ਸੀ। ਉਹ ਇੱਕ ਸਿੰਡੀਕੇਟ ਬਣਾ ਕੇ ਆਪਣੇ ਆਲੇ ਦੁਆਲੇ ਦੇ ਬੰਦਿਆਂ ਨੂੰ ਵੰਡ ਲੈਂਦੇ ਸੀ, ਹਿੱਸੇਦਾਰੀ ਤੈਅ ਕਰ ਲੈਂਦੇ ਸੀ। ਹੁਣ ਕਿਉਂਕਿ ਉਹ ਸਾਰੀ ਮੋਨੋਪੋਲੀ ਟੁੱਟ ਗਈ ਤੇ ਉਹਨਾਂ ਨੂੰ ਲੈ ਦੇ ਕੇ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਆ। ਲੇਕਿਨ ਆਮ ਆਦਮੀ ਪਾਰਟੀ ਨੇ ਬੜੀ ਟਰਾਂਸਪੇਰੈਂਟ ਪਾਲਿਸੀ ਲਿਆਂਦੀ, ਉਹਦੇ 'ਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ। ਤੁਸੀਂ ਵਾਰ-ਵਾਰ ਸਲਾਹਕਾਰਾਂ ਦੀ ਗੱਲ ਕਰ ਰਹੇ ਸੀ ਕਿ ਜੇ ਸਾਨੂੰ ਪੰਜਾਬ ਦੀ ਬਿਹਤਰੀ ਲਈ ਕਿਤੋਂ ਵੀ ਕੋਈ ਸਪੋਰਟ ਮਿਲਦੀ ਹੈ, ਸਲਾਹ ਮਿਲਦੀ ਚੰਗੀ, ਤਾਂ ਅਸੀਂ ਉਹਨੂੰ ਅਪੁਆਇੰਟ ਕਰਨ 'ਚ ਕੋਈ ਸਾਨੂੰ ਹਰਜ਼ ਨਹੀਂ ਹੋਊਗਾ। ਇਹ ਤੁਸੀਂ ਡਿਫੈਂਡ ਕਰ ਰਹੇ ਹੋ, ਦਿੱਲੀ ਦੀ ਟੀਮ ਨੂੰ ਡਿਫੈਂਡ ਕਰ ਰਹੇ ਹੋ। ਪੰਜਾਬ ਦੇ ਅੰਦਰ ਬਹੁਤ ਸਾਰੇ ਵਿਦਵਾਨ ਨੇ ਜਿਹੜੇ ਅਰਥਚਾਰੇ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਵੀ ਕਿਵੇਂ ਹੁਲਾਰਾ ਮਿਲ ਸਕਦਾ ਹੈ, ਕਿੱਥੋਂ ਰੈਵਨਿਊ ਆ ਸਕਦਾ। ਮਿਸਾਲ ਦੇ ਤੌਰ 'ਤੇ ਮੇਰੀ ਇੱਕ ਬੜੇ ਵੱਡੇ ਵਿਦਵਾਨ ਨਾਲ ਹਮੇਸ਼ਾ ਚਰਚਾ ਹੁੰਦੀ ਹੈ, ਤੋ ਉਹ ਗੱਲ ਕਹਿੰਦੇ ਹੁੰਦੇ ਆ ਕਿ ਮੈਂ ਪਿਛਲੀਆਂ ਸਰਕਾਰਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਖਜ਼ਾਨੇ ਦੇ ਵਿੱਚ ਕਿੱਥੋਂ 28 ਤੋਂ 30,000 ਕਰੋੜ ਰੁਪਏ ਤੱਕ ਦਾ ਵਾਧਾ ਕਰ ਸਕਦੇ ਹੋ। ਕਿੱਥੇ ਇੰਨਾ ਪੈਸਾ ਖਰਾਬ ਹੋ ਰਿਹਾ। ਇਹ ਨਹੀਂ ਕਿ ਘੁਟਾਲਾ ਹੋ ਰਿਹਾ, ਘੁਟਾਲਾ ਵੀ ਹੋ ਰਿਹਾ ਸੀ ਤੇ ਖਰਾਬ ਵੀ ਹੋ ਰਿਹਾ ਸੀ। ਤੋ ਜਦੋਂ ਮੈਂ RS ਘੁੰਮਣ ਦੀ ਗੱਲ ਕਰ ਰਿਹਾ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਔਰ ਇਸ ਤਰ੍ਹਾਂ ਦੇ ਸਾਡੇ ਕੋਲੇ ਬਹੁਤ ਸਾਰੇ ਵਿਦਵਾਨ ਨੇ ਪੰਜਾਬ ਦੇ ਅੰਦਰ। ਤੁਸੀਂ ਕਦੇ ਉਹਨਾਂ ਦੀ ਸੇਵਾਵਾਂ ਕਿਉਂ ਨਹੀਂ ਲੈਂਦੇ? ਕਿਉਂ ਤੁਹਾਨੂੰ ਰਾਘਵ ਚੱਡਾ ਦੀ ਸੇਵਾ ਲੈਣੀ ਪੈ ਰਹੀ ਹੈ? ਕਿਉਂ ਤੁਹਾਨੂੰ ਨਵਲ ਅਗਰਵਾਲ ਦੀ ਸੇਵਾ ਲੈਣੀ ਪੈ ਰਹੀ ਹੈ? ਆਪਣਾ ਰੋਲ ਹੈ, ਐਸੀ ਗੱਲ ਨਹੀਂ ਗੀ। ਰਾਘਵ ਜੀ ਨੇ ਪਾਰਲੀਮੈਂਟ 'ਚ ਬਹੁਤ ਅੱਛਾ ਕੰਮ ਕੀਤਾ, ਉਹ ਸਾਡੇ ਪਾਰਟੀ ਦੇ ਲੀਡਰ ਹੈ। ਮੈਨੂੰ ਲੱਗਦਾ ਨਹੀਂ ਆ ਉਹ ਕੋਈ ਇੰਡੀਵਿਜੂਅਲ ਦੀ ਕੈਪੈਸਿਟੀ 'ਤੇ ਕੰਮ ਨਹੀਂ ਕਰ ਰਹੇ, ਆਲਰੇਡੀ ਇੱਕ ਪਾਰਟੀ ਦੇ ਸਿਸਟਮ 'ਚੋਂ ਨਿਕਲੇ ਆ। ਦੂਜੀ ਗੱਲ, ਜਿਹੜੇ ਐਕਸਪਰਟਸ ਦੀ ਤੁਸੀਂ ਗੱਲ ਕਰ ਰਹੇ ਹੋ ਜਿਨ੍ਹਾਂ ਦੀ ਡੈਫੀਨੇਟਲੀ ਅਸੀਂ ਰਾਬਤਾ ਬਣਾਇਆ। ਹੁਣ ਐਗਰੀਕਲਚਰ ਪਾਲਿਸੀ ਵਾਸਤੇ ਮਾਨ ਸਾਹਿਬ ਨੇ ਇੱਕ ਕਮੇਟੀ ਬਣਾਈ ਆ। ਬਾਕੀ ਹਜੇ ਤੇ ਨਵਾਂ ਸ਼ੁਰੂ ਹੋਇਆ। ਸਾਰੇ ਜਿਹੜੇ ਵੀ ਪੰਜਾਬ 'ਚ ਯੋਗਦਾਨ ਪਾਉਣਾ ਚਾਹੁੰਦੇ ਆ, ਸੁਹਰਦ ਲੋਕ, ਜਾਣਕਾਰ ਲੋਕ, ਸਾਰਿਆਂ ਨਾਲ ਅਸੀਂ ਰਾਬਤਾ ਬਣਾ ਵੀ ਰਹੇ ਹਾਂ, ਆਉਣ ਵਾਲੇ ਟਾਈਮ 'ਚ ਵੀ ਬਣਾਵਾਂਗੇ, ਸੇਵਾਵਾਂ ਵੀ ਲਵਾਂਗੇ। ਦੇਖੋ, ਇਹ ਢਾਂਚਾ ਜਿਹੜਾ ਇੰਨਾ ਵਿਗੜਿਆ, ਉਹਨੂੰ ਟਾਈਮ ਤੇ ਲੱਗਣਾ ਸੁਧਾਰਨ 'ਚ। ਲੇਕਿਨ ਇਹ ਆ ਵੀ ਇਸ ਟਾਈਮ ਨਾ ਤਾਂ ਸਰਕਾਰ ਦੀ ਮਨਸ਼ਾ ਤੇ ਕੋਈ ਸਵਾਲ ਖੜੇ ਕਰ ਸਕਦਾ, ਨਾ ਮੁੱਖ ਮੰਤਰੀ ਜੀ ਦੀ ਨੀਤ ਤੇ ਕੋਈ ਖੜੇ ਕਰ ਸਕਦਾ। ਔਰ ਜਿਸ ਤਰੀਕੇ ਨਾਲ 1 ਸਾਲ 'ਚ ਉਹਨਾਂ ਨੇ ਕੰਮ ਕੀਤਾ ਹੈ, ਨਹੀਂ ਤੇ ਏਡੇ ਵੱਡੇ ਲੋਕਾਂ ਨਾਲ ਮਲੋਹਾ ਲੈਣਾ, ਆ ਵੱਡੇ ਜਿਹੜੇ ਫਾਰਮ ਹਾਊਸ ਬਣਾਈ ਫਿਰਦੇ ਚੰਡੀਗੜ੍ਹ ਦੇ ਆਲੇ ਦੁਆਲੇ, ਐਡਾ ਸੌਖਾ ਨਹੀਂਗਾ। ਔਰ ਇਹ ਲੋਕਾਂ ਦਾ ਜਿਹੜਾ ਨੈਕਸਸ ਹੈ, ਉਹ ਚਾਹੇ ਉਹ ਬਿਊਰੋਕ੍ਰੇਸੀ ਦੇ ਅੰਦਰ ਹੈ, ਚਾਹੇ ਈਵਨ ਜਿਹੜੇ ਰਿਟਾਇਰ ਜੁਡੀਸ਼ਰੀ ਦੇ ਵੀ, ਉਹਨਾਂ ਨਾਲ ਔਰ ਪੋਲੀਟੀਕਲ ਕਲਾਸ ਦਾ, ਉਹਨੂੰ ਤੋੜਨ 'ਚ ਤੇ ਲੱਗੇ ਹੋਏ ਆ ਉਹਨਾਂ ਦੀ ਮਨੋਪਲੀ। ਲੇਕਿਨ ਸਮਾਂ ਲੱਗੂਗਾ। ਹੱਥ ਨਹੀਂ ਪਾ ਪਾਏ ਤੁਸੀਂ। ਬਹੁਤ ਪ੍ਰਚਾਰ ਕੀਤਾ ਹੈ ਕਿ ਜਿਹੜੇ ਫਾਰਮ ਹਾਊਸ ਬਣੇ ਹੋਏ ਆ, ਚਾਹੇ ਉਹ ਅਮਰਿੰਦਰ ਸਿੰਘ ਦਾ ਆ, ਚਾਹੇ ਉਹ ਸੁਖਬੀਰ ਬਾਦਲ ਦਾ ਆ। ਦੇਖੋ, ਮੇਰੀ ਗੱਲ ਸੁਣੋ, ਜਿਨ੍ਹਾਂ ਤੇ ਹੱਥ ਪਿਆ ਇਹ ਕੋਈ ਛੋਟੇ ਸੀ? ਜਿਹੜੇ ਪੈਸੇ, ਮੇਰੀ ਗੱਲ ਸੁਣ, ਜਿਹੜੇ ਪੈਸੇ ਗਿਣਨ ਦੀਆਂ ਮਸ਼ੀਨਾਂ ਨਾਲ ਲੈ ਕੇ ਰਿਸ਼ਵਤ ਦੇ ਹੁੰਦੇ ਆ, ਜਾਂ ਐਸੀ ਬੱਚਿਆਂ ਦੀਆਂ ਸਕੋਲਰਸ਼ਿਪ, ਆਸ਼ੂ ਬਾਰੇ ਕਿਸੇ ਨੇ ਸੋਚਿਆ ਕੋਈ ਐਕਸ਼ਨ ਲਓ? ਕਿੱਡਾ ਹੰਕਾਰਿਆ ਬੰਦਾ ਸੀ। ਸੋ ਵਾਰੀ ਸਾਰਿਆਂ ਦੀ ਆਉਣੀ ਆ। ਮੇਰੀ ਬੇਨਤੀ, ਕੰਮ ਸ਼ੁਰੂ ਕੀਤਾ, ਵਾਰੀ ਸਾਰਿਆਂ ਦੀ ਆਉਣੀ ਆ, ਪਰ ਵਾਰੀ ਆਉਣੀ ਆ। ਇਹ ਜਿਹੜੇ ਬੰਦੇ ਆ ਨਾ, ਜਿਹੜੇ ਤੁਸੀਂ ਗਿਣਾ ਰਹੇ ਹੋ, ਇਹਨਾਂ ਤੇ ਵੀ ਹੱਥ ਪੈਣਾ ਹੈ। ਔਰ ਮਾਨ ਸਾਹਿਬ ਨੇ ਕਿਹਾ ਹੈ, ਮੈਂ ਨਹੀਂ ਕਹਿ ਰਿਹਾ, ਮੁੱਖ ਮੰਤਰੀ ਜੀ ਨੇ ਕਿਹਾ। ਲੇਕਿਨ ਜਿਹੜੇ ਵੱਡੇ ਲੋਕ ਹੁੰਦੇ ਆ, ਇਹਨਾਂ ਦੇ ਤਾਮਝਾਮ ਵੀ ਬੜੇ ਵੱਡੇ ਹੁੰਦੇ ਆ। ਸਰਕਾਰ ਜਲਦਬਾਜ਼ੀ 'ਚ ਕੋਈ ਕੰਮ ਨਹੀਂ ਕਰਨਾ ਚਾਹੁੰਦੀ, ਲੇਕਿਨ ਸਰਕਾਰ ਨੇ ਆਪਣੇ ਇਰਾਦੇ ਤੇ ਦਿਖਾਤੇ ਨਾ, ਮਨਸ਼ਾ ਵੀ ਦਿਖਾਤੀ। ਨਹੀਂ ਤੇ 5-5 6-6 ਮੁੱਖ ਇਸ ਤਰ੍ਹਾਂ ਦੇ ਜਿਹੜੇ ਮੰਤਰੀ ਰਹੇ ਹੋਣ,
ਕਿਸੇ ਦੀ ਹਿੰਮਤ ਸੀ ਅੱਜ ਤੱਕ ਕਿਸੇ ਮੰਤਰੀ ਕਿਸੇ ਇੱਕ ਵਰਕਰ ਤੇ ਵੀ ਕਿਸੇ ਤੇ ਇਹਨਾਂ ਨੇ ਅੱਜ ਤੱਕ ਆਪਣਾ ਬੰਦ ਕੀਤਾ ਹੋਵੇ ਕਰਪਸ਼ਨ ਦੇ ਚਾਰਜ ਕਿਹਦੇ ਕਿਹਦੇ ਤੇ ਨਹੀਂ ਲੱਗਦੇ ਰਹੇ। ਸੋ ਇਹ ਇੱਕ ਗੱਲ ਤੇ ਪੱਕੀ ਹੋ ਗਈ ਨਾ ਵੀ ਇਹ ਸ਼ੁਰੂਆਤ ਹੋ ਗਈ ਆ ਤਾਂ ਸਿਸਮਾ ਤੇ ਸੁਖਵਿਲਾ ਤੱਕ ਵੀ ਜਾਊਗੀ। ਵੇਟ ਕਰਨਾ ਚਾਹੀਦਾ। ਦਿੱਲੀ ਮਾਡਲ ਬਹੁਤ ਕਰਦੇ ਹੋ, ਪੰਜਾਬ ਮਾਡਲ ਕਦੋਂ ਕਰੋਗੇ? ਨਹੀਂ ਦਿੱਲੀ ਮਾਡਲ ਤੋਂ ਮਕਸਦ ਇਹ ਸੀਗੀ ਦਿੱਲੀ 'ਚ ਮਨੀਸ਼ ਜੀ ਦੀ ਅਗਵਾਈ 'ਚ ਜਿਹੜਾ ਐਜੂਕੇਸ਼ਨ 'ਚ ਕੰਮ ਹੋਇਆ, ਜਿਸ ਤਰੀਕੇ ਨਾਲ ਟੀਚਰ ਟ੍ਰੇਨਿੰਗ ਪ੍ਰੋਗਰਾਮ ਚੱਲੇ ਆ, ਬੱਚਿਆਂ ਦੇ ਮੌਜੂਦਾ ਐਜੂਕੇਸ਼ਨ ਸਿਸਟਮ ਨੂੰ ਜਾਣਨ ਦੀ ਜਿਹੜੀ ਉਹਨਾਂ ਦਾ ਤਰੀਕਾ ਬਣਾਇਆ, ਜਿਸ ਤਰੀਕੇ ਨਾਲ ਰੇਹੜੀ ਵਾਲੇ, ਰਿਕਸ਼ੇ ਵਾਲੇ, ਸਬਜ਼ੀ ਵਾਲਿਆਂ ਦੇ ਬੱਚੇ ਕੰਪੀਟੀਸ਼ਨਾਂ 'ਚ ਟੌਪ ਕੀਤੇ ਆ, ਉਹ ਇੱਕ ਸਾਡੇ ਤੇ ਹੁਣ ਦੇਖ ਲਓ ਸਾਡੀ ਇਨਰੋਲਮੈਂਟ ਚਾਹੇ ਉਹ ਜੁਡੀਸ਼ਰੀ 'ਚ, ਚਾਹੇ UPSC 'ਚ, IIT 'ਚ, ਵੇਖੋ ਨਾ ਸਾਡੀ ਤੇ ਖਤਮ ਹੁੰਦੀ ਜਾ ਰਹੀ ਹੈ। ਉਸ ਲੈਵਲ ਤੇ ਤਾਂ ਹੀ ਸਕੂਲ ਆਫ ਐਮੀਨੈਂਸ ਸ਼ੁਰੂ ਕੀਤੇ ਆ ਸਪੈਸ਼ਲਾਈਜੇਸ਼ਨ ਵਾਸਤੇ। ਸੋ ਉਹਦਾ ਮਕਸਦ ਇਹ ਸੀ ਵੀ ਉਸ ਤਰ੍ਹਾਂ ਦੀਆਂ ਚੀਜ਼ਾਂ ਈਵਨ ਅਰਵਿੰਦ ਜੀ ਤੇ ਕਹਿੰਦੇ ਦੇਸ਼ 'ਚ ਕਿਤੇ ਹੋਰ ਵੀ ਵਧੀਆ ਮਾਡਲ ਹੈ ਤੇ ਅਸੀਂ ਉਹਨੂੰ ਵੀ ਲਾਗੂ ਕਰਨ ਨੂੰ ਤਿਆਰ ਹਾਂ। ਇਰੀਗੇਸ਼ਨ ਵਾਸਤੇ ਮਾਨ ਸਾਹਿਬ ਹੁਣ ਆਂਧਰਾ ਤੇਲੰਗਾਨਾ ਗਏ ਸੀ। ਸੋ ਪੰਜਾਬ ਮਾਡਲ ਤੇ ਡੈਫੀਨੇਟਲੀ ਪੰਜਾਬ ਤੇ ਆਪਣੇ ਆਪ 'ਚ ਮੋਹਰੀ ਸੂਬਾ ਹੈ, ਲੇਕਿਨ ਇਹ ਪਿਛਲੀਆਂ ਸਰਕਾਰਾਂ ਦਾ ਜਿਹੜਾ ਗਵਰਨੈਂਸ ਦਾ ਤਰੀਕਾ ਮਾੜਾ ਸੀ। ਆਉਣ ਵਾਲੇ ਟਾਈਮ 'ਚ ਪੰਜਾਬੀ ਮਤਲਬ ਉਸੇ ਤਰੀਕੇ ਨਾਲ ਜਿਹੜਾ ਪੰਜਾਬ ਦਾ ਇੱਕ ਸਥਾਨ ਹੈ ਦੇਸ਼ 'ਚ ਉਹ ਫੇਰ ਬਰਕਰਾਰ ਮੇਰਾ ਗੱਲ ਹੈ ਕਿ ਤੁਹਾਡੀ ਹੁਣ ਇਹ ਜ਼ਿਆਦਾ ਗੱਲ ਚੱਲਣੀ ਨਹੀਂ ਪਿਛਲੀਆਂ ਸਰਕਾਰਾਂ ਨੂੰ ਕੋਸਣਾ ਔਰ ਦਿੱਲੀ ਮਾਡਲ ਦਾ ਨਹੀਂ ਅਸੀਂ, ਕਿਉਂਕਿ ਪੰਜਾਬ ਇੱਕ ਮਾਡਲ ਖੁਦ ਬਣਨਾ ਚਾਹੁੰਦਾ ਹੈ ਤੇ ਪੰਜਾਬ ਮਾਡਲ ਬਣ ਰਿਹਾ। ਤੁਹਾਡੀ ਸਪੈਸ਼ਲ ਪੰਜਾਬ ਦਾ ਰੈਵਨਿਊ ਕਲੈਕਸ਼ਨ ਇਸ ਵਾਰ 40% ਹੁਣ ਵੱਧ ਗਿਆ। ਪੰਜਾਬ ਦੇ ਬੱਚੇ ਹੁਣ ਸਪੋਰਟਸ ਦੇ ਤੌਰ ਤੇ ਕਿੰਨੇ ਅੱਗੇ ਜਾ ਰਹੇ ਆ। ਐਜੂਕੇਸ਼ਨ 'ਚ ਅਸੀਂ ਚਾਹੁੰਦੇ ਹਾਂ ਸਰਕਾਰੀ ਸਕੂਲ ਚੰਗੇ ਬਣ ਜਾਣ, ਉਹਨਾਂ 'ਚ ਟੀਚਰ ਚੰਗੇ ਆ ਜਾਣ ਤਾਂ ਕਿ ਪ੍ਰਾਈਵੇਟ ਸਕੂਲਾਂ 'ਚ ਲੋਕਾਂ ਨੂੰ ਪੜ੍ਹਾਉਣ ਤੋਂ ਖਰਚਾ ਵੀ ਬਚੇ, ਅੱਛੀ ਐਜੂਕੇਸ਼ਨ ਮਿਲੇ। ਪੰਜਾਬੀ ਮਾਂ ਬੋਲੀ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰਨਾ ਮਾਨ ਸਾਹਿਬ ਨੇ ਸ਼ੁਰੂਆਤ ਕੀਤੀ, ਪਹਿਲਾਂ ਤਾਂ ਨਹੀਂ ਕੀਤੀ। ਪੰਜਾਬ ਐਜੂਕੇਸ਼ਨ ਬੋਰਡ ਦੀਆਂ ਸਕੂਲਾਂ 'ਚ ਤੇ ਆਪਣਾ ਕਿਤਾਬਾਂ ਦੇ ਸਿਲੇਬਸ ਦੀ ਕੰਟਰੋਵਰਸੀ ਬਣੀ ਰਹਿੰਦੀ ਸੀ, ਹੁਣ ਤਾਂ ਨਹੀਂ ਬਣ ਰਹੀ। ਜਿਹੜਾ ਤੁਸੀਂ ਨਵੀਂ ਚੇਅਰਮੈਨ ਲਾਈ ਨਹੀਂ ਮੇਰੀ ਗੱਲ ਸੁਣੋ, ਮੈਂ ਕਹਿੰਦਾ ਚੇਅਰਮੈਨ ਕੋਈ ਵੀ ਲਾਈ ਹੋਵੇ, ਇੱਥੇ ਤਾਂ ਰੌਲਾ ਇਹ ਪੈਂਦਾ ਸੀ ਪੰਜਾਬ। ਮੇਰੀ ਬੇਨਤੀ ਸੁਣੋ ਕਿ ਸਿਲੇਬਸ 'ਚ ਗੁਰੂਆਂ ਬਾਰੇ ਗਲਤ ਲਿਖਿਆ ਜਾ ਰਿਹਾ, ਸਿੱਖ ਹਿਸਟਰੀ ਤੋੜੀ ਮਰੋੜੀ ਜਾ ਰਹੀ ਹੈ। ਇਹ ਚੀਜ਼ਾਂ 'ਚ ਹੁਣ ਫਰਕ ਪਿਆ। ਪੰਜਾਬ 'ਚ ਕੋਈ ਵਿਦਵਾਨ ਨਹੀਂ ਸੀ। ਨਹੀਂ ਪੰਜਾਬ 'ਚ ਬਹੁਤ ਵਿਦਵਾਨ ਹੈ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਹੀਂ ਪੰਜਾਬ 'ਚ ਵੀ ਬਹੁਤ। ਤੁਹਾਨੂੰ ਦਿੱਲੀੋਂ ਲੈ ਕੇ ਲਾਉਣੀ ਪਈ, ਉਹ ਵੀ ਕੇਜਰੀਵਾਲ ਸਾਹਿਬ ਦੇ IAS ਆਫੀਸਰ ਨਹੀਂ ਤੁਸੀਂ ਜਿਹੜੇ ਹੈਗੇ ਆ ਉਹਨਾਂ ਦੇ ਮੇਰਾ ਖਿਆਲ ਬੇਟੀ ਹੈ ਸ਼ਾਇਦ, ਨਹੀਂ ਮੈਨੂੰ ਨਹੀਂ ਪਤਾ ਕੌਣ ਹੈ ਉਹਨਾਂ ਦੇ ਰਿਸ਼ਤੇਦਾਰ। ਪਰ ਲੇਕਿਨ ਜਿਹੜਾ ਵੀ ਕੋਈ ਬੰਦਾ ਹੈ, ਮੇਰੀ ਗੱਲ ਸੁਣੋ, ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੇ ਰਿਜ਼ਲਟ ਅਸੀਂ ਦੇਣੇ ਆ ਉਹਦੇ ਦੀ ਜ਼ਿੰਮੇਵਾਰੀ ਤਾਂ ਸਾਡੀ ਤੈਅ ਕੀਤੀ ਹੈ ਨਾ। ਇਹ ਨਹੀਂ ਹੈ ਪੰਜਾਬ ਦੇ ਲੋਕ, ਪੰਜਾਬ 'ਚ ਤੇ ਜਿਹੜਾ ਬ੍ਰੇਨ ਸੀ ਚਾਹੇ ਉਹ ਰਿਟਾਇਰ ਸੀ ਚਾਹੇ ਅਪਕਮਿੰਗ ਸੀ, ਉਹ ਤੇ ਮਾਈਗ੍ਰੇਟ ਵੱਡੇ ਸਤਰ ਤੇ ਹੋਇਆ। ਦੇਖ ਲਓ ਨਾ ਤੁਸੀਂ ਕਿ ਜਿਹੜੇ ਸਾਡੇ ਵੱਡੇ ਵਿਦਵਾਨ ਉਹ ਤੇ ਮਾਈਗ੍ਰੇਟ ਕਰ ਗਏ। ਅਸੀਂ ਤੇ ਕੋਸ਼ਿਸ਼ ਕਰ ਰਹੇ ਵਾਪਸ ਲਿਆ ਕੇ ਔਰ ਨੌਜਵਾਨਾਂ ਨੂੰ ਵੀ ਇੱਥੇ ਰੱਖ ਕੇ ਪੰਜਾਬ ਨੂੰ ਡੈਫੀਨੇਟਲੀ ਅਸੀਂ ਉਸੇ ਪੱਧਰ ਤੇ ਲੈ ਕੇ ਜਾਣਾ ਜੋ 70। ਠੀਕ ਹੈ, ਮੈਂ ਬਿਲਕੁਲ ਤੁਹਾਡੀ ਗੱਲ ਸੁਣਨ ਨੂੰ ਤਿਆਰ ਹਾਂ, ਮੰਨਣ ਨੂੰ ਵੀ ਤਿਆਰ ਹਾਂ। ਲੇਕਿਨ ਜਦੋਂ ਇਸ ਤਰ੍ਹਾਂ ਦੇ ਜਿਹੜੇ ਮਹੱਤਵਪੂਰਨ ਜਿਹੜੇ ਸਥਾਨ ਨੇ ਪੰਜਾਬ ਦੇ ਵਿੱਚ, ਕਾਫੀ ਐਜੂਕੇਸ਼ਨਿਸਟ ਹੈਗੇ ਆ, ਚੰਗੇ ਵੱਡੇ ਨਾਂ ਆ, ਇੰਟਰਨੈਸ਼ਨਲ ਲੈਵਲ ਦੇ ਵੀ ਨਾਂ ਹੈਗੇ, ਨੈਸ਼ਨਲ ਲੈਵਲ ਦੇ ਵੀ ਨਾਂ ਹੈਗੇ ਆ, ਸਟੇਟ ਲੈਵਲ ਦੇ ਵੀ ਹੈ, ਤੁਸੀਂ ਉਹਨਾਂ ਨੂੰ ਛੱਡ ਕੇ ਜਦੋਂ ਕੇਜਰੀਵਾਲ ਸਾਹਿਬ ਦੇ ਕਿਸੇ ਨਜ਼ਦੀਕੀ ਨੂੰ ਅਪੁਆਇੰਟ ਕਰੋਗੇ ਪੰਜਾਬ ਦੇ ਇਸ ਤਰ੍ਹਾਂ ਦੇ ਸਥਾਨ ਤੇ, ਆਲੋਚਨਾ ਤਾਂ ਹੋਊਗੀ। ਨਹੀਂ ਤੁਸੀਂ ਕੇਜਰੀਵਾਲ ਸਾਹਿਬ ਵੱਲ ਤੇ ਲੈ ਜਾਂਦੇ। ਕੇਜਰੀਵਾਲ ਸਾਹਿਬ ਦਾ ਘਰ ਦਾ ਤਾਂ ਕੁਝ ਵੀ ਨਹੀਂ ਹੈ। ਕੇਜਰੀਵਾਲ ਸਾਹਿਬ ਨੇ ਆਪਣੇ ਪਰਿਵਾਰ ਨੂੰ ਨਹੀਂ ਪ੍ਰਮੋਟ ਕੀਤਾ। ਜਿਹੜੇ ਮੈਡਮ ਤੁਸੀਂ ਚੇਅਰ ਨਹੀਂ ਉਹ IAS ਅਫਸਰ ਹੈ, ਉਹ ਦਿੱਲੀ ਦੇ ਮੈਂ ਕਹਿੰਦਾ ਦਿੱਲੀ ਦੇ ਹੋਣ ਚਾਹੇ ਉਹ ਦਿੱਲੀ ਗੱਲ ਨਹੀਂ ਇਹ ਨਹੀਂ ਗਾ। ਇੱਥੇ ਤੇ ਦੇਖਿਆ PAU ਦਾ ਵਾਈਸ ਚਾਂਸਲਰ ਕੌਣ ਸੀ ਪਿਛਲੇ, ਪਤਾ ਤੁਹਾਨੂੰ? ਪਤਾ, ਸਭ ਪਤਾ। ਕਿੱਥੋਂ ਦੇ ਸੀ? ਹਰਿਆਣੇ ਦੇ ਸੀ। ਕਿਸੇ ਨੇ ਸਵਾਲ ਕੀਤਾ? ਉਹ ਤਾਂ UP ਦੇ ਵੀ ਰਹੇ ਆ। ਪੰਜਾਬ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕੌਣ ਸੀ? ਨਹੀਂ ਮੇਰੀ ਬਾਤ, ਅਸੀਂ ਤੇ ਸ਼ੁਰੂਆਤ ਕੀਤੀ। ਪੰਜਾਬ ਐਜੂਕੇਸ਼ਨ ਬੋਰਡ ਦੇ ਜਿਹੜੇ ਚੇਅਰਮੈਨ ਵੀ ਆ, ਕੋਈ ਇੱਕ ਦੋ ਨੂੰ ਮੈਨੂੰ ਨਹੀਂ ਯਾਦ ਹੁੰਦਾ, ਕੋਈ ਚੰਗਾ ਵੀ ਰਿਹਾ ਹੋਊਗਾ, ਜਿਹੜੇ ਪਿਛਲੇ ਰਹੇ ਆ 5-4 ਰਨ ਤੇ ਮੈਂ ਵੀ ਨਾ ਜਾਣਦਾ, ਤੁਸੀਂ ਉਹਨਾਂ ਦਾ ਕਿਰਦਾਰ ਵੇਖ ਲਓ। ਉਸੇ ਰਵਾਇਤ ਤੋਂ ਤਾਂ ਤੁਹਾਨੂੰ ਅਸੀਂ ਤਾਂ ਹੀ ਤੇ ਉਹਦਾ ਦਿਖਣ ਲੱਗ ਗਿਆ। ਪੰਜਾਬ ਦੀ ਹਿਸਟਰੀ ਨਾਲ ਛੇੜਛਾੜ ਨਹੀਂ ਹੋ ਰਿਹਾ, ਗੁਰੂਆਂ ਦੇ ਇਤਿਹਾਸ ਨਾਲ ਛੇੜਛਾੜ ਨਹੀਂ ਹੋ ਰਿਹਾ, ਪਾਰਸ਼ੀਅਲਟੀ ਨਹੀਂ ਹੋ ਰਹੀ। ਸਰਕਾਰੀ ਸਕੂਲਾਂ ਦਾ ਪੱਧਰ ਜਿਹੜਾ ਆ ਉਹ ਸ਼ੁਰੂਆਤ ਵਧੀਆ ਬਣਾਉਣ ਵਾਸਤੇ ਸਰਕਾਰ ਲੱਗੀ ਹੋਈ ਹੈ ਤਾਂ ਕਿ ਲੋਕ ਸਰਕਾਰੀ ਸਕੂਲਾਂ 'ਚ ਆਪਣੇ ਬੱਚੇ। ਟਾਈਮ ਕਾਫੀ ਹੋ ਗਿਆ, ਮੈਂ ਇੱਕ ਆਖਰੀ ਸਵਾਲ ਤੁਹਾਨੂੰ ਜ਼ਰੂਰ ਕਰਨਾ ਚਾਹੂੰਗਾ ਉਸ ਤੋਂ ਬਾਅਦ, ਕਿਉਂਕਿ ਮੈਂ ਤੁਹਾਡਾ ਟਾਈਮ ਬਹੁਤ ਜ਼ਿਆਦਾ ਲੈ ਲਿਆ। ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ ਮੁਹਿੰਮ ਛੇੜਨ ਜਾ ਰਹੀ ਪੰਜਾਬ 'ਚ, ਔਰ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਕਿਉਂ ਲੋੜ ਪੈ ਰਹੀ ਹੈ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਪੰਜਾਬ ਨਸ਼ੇ ਦੇ ਮਾਮਲੇ 'ਚ ਪਹਿਲਾਂ ਹੀ ਬਹੁਤ ਬਦਨਾਮ ਕੀਤਾ ਜਾ ਚੁੱਕਾ ਹੈ।
ਹਾਲੇ ਕਿ ਨਸ਼ੇ ਦੀ ਸਮੱਸਿਆ ਹਰੇਕ ਸੂਬੇ 'ਚ ਹੈਗੀ ਹੈ, ਹਰੇਕ ਦੇਸ਼ 'ਚ ਹੈ। ਜਿਹੜੀ ਇਹ ਮੁਹਿੰਮ ਚਲਾ ਰਹੇ ਆ, ਇਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੀ ਰਾਜਨੀਤੀ? ਦੇਖੋ 3-3 ਹਜ਼ਾਰ ਕਰੋੜ ਦੀ ਜਿਹੜੀ ਨਸ਼ੇ ਦੀ ਖੇਪ ਹੈ, ਉਹ ਤੇ ਅਡਾਨੀ ਪੋਰਟ ਤੋਂ ਫੜੀ ਜਾ ਰਹੀ ਹੈ। ਉੱਥੋਂ ਮੁਦਰਾ ਪੋਰਟ ਜਿਹੜਾ ਅਡਾਨੀ ਸਾਹਿਬ, ਮੋਦੀ ਸਾਹਿਬ ਦਾ ਖਾਸ ਦੋਸਤ ਹੈ, ਬੰਬੇ ਤੋਂ ਫੜੀ ਜਾ ਰਹੀ ਹੈ। ਤੇ ਉਧਰ ਤੇ ਇਹਨਾਂ ਦਾ ਧਿਆਨ ਨਹੀਂਗਾ। ਤੇ ਗੁਜਰਾਤ ਤੋਂ ਜਿਹੜਾ ਨਸ਼ਾ ਆ ਰਿਹਾ ਉਹ ਜਾ ਕਿੱਥੇ ਰਿਹਾ? ਫੜੀ ਵੀ ਪੰਜਾਬ ਪੁਲਿਸ ਨੇ ਜਾ ਕੇ। ਪੰਜਾਬ ਦੇ ਬਾਰਡਰ ਤੇ BSF ਦੀ ਸਿਕਿਉਰਿਟੀ ਹੈ, ਉਹ ਸੈਂਟਰ ਦੇ ਅੰਡਰ ਹੈ। ਫਿਰ ਕਿਸ ਤਰ੍ਹਾਂ ਆ ਰਿਹਾ ਡਰੋਨ ਤੇ ਕਿਸ ਤਰ੍ਹਾਂ ਆ ਰਿਹਾ ਨਸ਼ਾ, ਇਹ ਤੇ ਸੈਂਟਰ ਨੂੰ ਤੈਅ ਕਰ। ਸੋ ਭਾਜਪਾ ਦਾ ਮਕਸਦ ਸਿਰਫ ਇਹ ਹੈ ਕਿ ਪੰਜਾਬ ਨੂੰ ਬਦਨਾਮ ਕਰਨਾ। ਔਰ ਮੈਂ ਇਹ ਗੱਲ ਤੁਹਾਡੇ ਚੈਨਲ ਤੇ ਫੇਰ ਕਹਿ ਦਿੰਦਾ ਬੜੀ ਜ਼ਿੰਮੇਵਾਰੀ ਨਾਲ, ਨਰਿੰਦਰ ਮੋਦੀ ਜੀ ਜਿਹੜੇ ਪ੍ਰਾਈਮ ਮਿਨਿਸਟਰ ਹੈ, ਉਹਨਾਂ ਦੇ ਮਨ 'ਚ ਬਹੁਤ ਖੁੰਦਕ ਹੈ ਪੰਜਾਬ ਦੇ ਪ੍ਰਤੀ। ਕਿਸਾਨੀ ਅੰਦੋਲਨ ਤੋਂ ਬਾਅਦ ਉਹ ਕੋਈ ਮੌਕਾ ਨਹੀਂ ਛੱਡਦੇ ਪੰਜਾਬ ਦੇ ਪ੍ਰਤੀ ਆਪਣਾ ਦਵੇਸ਼ ਕੱਢਣ 'ਚ। ਔਰ ਇਹ ਸਾਰਾ ਅਗਰ ਅਮਿਤ ਸ਼ਾਹ ਜੀ ਨੇ ਯਾਤਰਾ ਹੀ ਕਰਨੀ ਹੈ ਤਾਂ ਗੁਜਰਾਤ 'ਚ ਜਾ ਕੇ ਕਰਨ, ਗੋਆ ਜਾ ਕੇ ਕਰਨ, ਉੱਥੇ ਵੀ ਇਹਨਾਂ ਦੀ ਸਰਕਾਰ ਹੈ। ਤਾਂ ਇਸ ਕਰਕੇ ਇਹ ਸਾਰਾ ਇੱਕ ਡਰਾਮਾ ਕੀਤਾ ਜਾ ਰਿਹਾ ਹੈ। ਕੰਕਰੀਟ ਜਿਹੜਾ ਜੇ ਤੁਸੀਂ ਵਾਕਈ ਸੁਹਰਦ ਹੋ ਤੇ BSF ਦਾ ਜਿਹੜਾ ਪਹਿਰਾ ਤੁਹਾਡੇ ਅੰਡਰ ਹੈ, ਉੱਥੇ ਸਖਤੀ ਕਿਉਂ ਨਹੀਂ ਕਰਦੇ? ਕਿਸ ਤਰ੍ਹਾਂ ਬਾਹਰ ਬਾਰਡਰ ਪਾਰ ਤੋਂ ਪੰਜਾਬ 'ਚ ਮੈਨੂਫੈਕਚਰਿੰਗ ਤਾਂ ਨਹੀਂ ਹੁੰਦੀ, ਪੰਜਾਬ 'ਤੇ ਨਹੀਂ ਬਣਦਾ। ਤੇ ਇਹਦਾ ਮਤਲਬ ਇਹਨਾਂ ਦੀ ਨੀਅਤ ਔਰ ਨੀਤੀ ਦੋਨਾਂ 'ਚ ਖੋਟ ਹੈ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ। ਬਹੁਤ ਧੰਨਵਾਦ ਜੀ, ਧੰਨਵਾਦ ਮਦਨ ਜੀ, ਤੁਹਾਡਾ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਸਮਾਂ ਸਮਾਪਤ ਹੋ ਰਿਹਾ ਹੈ। ਕਾਫੀ ਲੰਬਾ ਸਮਾਂ ਲੈ ਲਿਆ ਕੰਗ ਸਾਹਿਬ ਦਾ, ਔਰ ਮੈਂ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਆਤਮਿਕ ਤੌਰ ਤੇ ਫੋਲਾਫਲੀ ਕਰਨ ਦੀ। ਕਿੰਨਾ ਕੁ ਮੈਂ ਕਾਮਯਾਬ ਰਿਹਾ ਹਾਂ, ਇਹ ਹੁਣ ਤੁਸੀਂ ਦੱਸੋਗੇ। ਬਹੁਤ ਬਹੁਤ ਸ਼ੁਕਰੀਆ।